मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख निकंदन। गुर अमरदास हृदय नित ध्याव। श्री गुरु रामदास गुण गाव। गुर अर्जन विघ्नन के नासक विघ्नन के हर गोबिंद शुभ सुमत प्रकाशक। श्री हर राय नमोकार जोरी नमोकार। श्री हर कृष्ण मनाऊं बहो। गुर तेग बहादुर परम कृपाला जी परम कृपा। श्री गुरु गोबिंद सिंह बैसाला। तरो तरा पर पुन पुन सीसा जी पुन पुन सी। बंदों बार बार जगदी। एकंकारा सतगुरु तेह प्रसाद सच होए। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक दीन दुनिया के वाली साहिब कमाल सतगुरु धन धन श्री गुरु ग्रंथ साहिब जी। गरीब नवाज सच्चे पातशाह जी दे मुबारक चरणा कमलों पास गुरु का लड़ीवार इतिहास श्रवण करने वास्ते हाजरियां भर रही गुरु स्वरूप गुरु खालसा सत संगत। आप जी सरबत गुरसिख संगतां बड़भागी हो तंता योग हो। नितां प्रत जुड़ करके हालसे पंथ दे पावन पवित्र माणमते अजीम इतिहास नूं सरवण कर रहे हो। कल दे प्रकरण जो आप जी ने सरवण कीते हन। भाई तारू सिंह जी नूं गिरफ्तार किया गया लाहौर विखे। अनेकां प्रकार के तसीहे दे करके कैदखाने विच रखिया गया। लंगर पानी जल पानी आदि तो वंचित किया गया। इधर भाई महताब सिंह जी नूं हर भगत निरंजनिया लभदा सी। भाई महताब सिंह जी नूं पता लग्या भाई तारू सिंह जी गिरफ्तार हो गए। मन विच सोचण लगे भी मैं की कीता। लोक छप के दिन बतीत कर रहे हाँ। दूसरे पासे भाई तारू सिंह शहादत देन लगे ने।
ਤੇ ਮੈਨੂੰ ਵੀ ਉਹਨਾਂ ਦੇ ਨਾਲ ਸਨੇਹ ਪ੍ਰੇਮ ਹੈ। ਜੋ ਬਚਨ ਉਹਨਾਂ ਨਾਲ ਕੀਤਾ ਸੀ ਇਕੱਠੇ ਸ਼ਹੀਦੀ ਪ੍ਰਾਪਤ ਕਰਾਂਗੇ, ਉਹ ਬਚਨ ਮੈਨੂੰ ਸਫਲ ਕਰਨਾ ਚਾਹੀਦਾ ਹੈ। ਨਾਲ ਦੇ ਸਿੰਘਾਂ ਨੂੰ ਹੁਕਮ ਦਿੱਤਾ, ਭਾਈ ਤੁਸੀਂ ਇੱਥੇ ਹੀ ਰੁਕਣਾ, ਮੇਰੇ ਨਾਲ ਨਹੀਂ ਜਾਣਾ, ਕਿਸੇ ਹੋਰ ਜਗ੍ਹਾ 'ਤੇ ਜਾ ਕੇ ਟਿਕਾਣਾ ਕਰ ਲਿਓ। ਮੈਂ ਭਾਈ ਤਾਰੂ ਸਿੰਘ ਦੇ ਪਾਸ ਲਾਹੌਰ ਚੱਲਿਆ ਹਾਂ। ਇੰਨੀ ਗੱਲ ਕਹਿ ਕੇ ਹੱਥ ਵਿੱਚ ਸੋਟਾ ਲੈ ਲਿਆ, ਸ਼ਸਤਰ ਛੱਡ ਦਿੱਤੇ ਤੇ ਲਾਹੌਰ ਪਹੁੰਚ ਗਏ। ਹਰ ਭਗਤ ਨਿਰੰਜਨੀਆ ਉਹਨੂੰ ਜਿੱਥੇ ਉਹ ਲੱਭਦਾ ਸੀ ਜਾ ਕੇ ਭਾਈ ਮਹਿਤਾਬ ਸਿੰਘ ਨੂੰ, ਉੱਥੇ ਜਾ ਪਹੁੰਚੇ। ਉਹਨਾਂ ਨੇ ਪਛਾਣ ਲਿਆ, ਨਰੜ ਕੇ ਗੱਡੇ ਉੱਪਰ ਉਹਨਾਂ ਨੇ ਬੰਨ੍ਹ ਦਿੱਤਾ। ਪਹਿਲਾਂ ਮੀਰਾਂਕੋਟ ਲੈ ਗਏ ਪਿੰਡ ਵਿੱਚ, ਪਿੰਡ ਵਾਲਿਆਂ ਨੂੰ ਕਹਿੰਦੇ ਪਛਾਣਿਆ ਮਹਿਤਾਬ ਸਿੰਘ ਹੈ। ਨਗਰ ਵਾਲੇ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ, ਭਾਈ ਮਹਿਤਾਬ ਸਿੰਘ ਨੇ, ਨਹੀਂ ਵੀ ਕਿਸੇ ਪਛਾਣਨਾ ਨਹੀਂ, ਕੱਲ੍ਹ ਨੂੰ ਇਹ ਸਾਰਾ ਪਿੰਡ ਉਜਾੜ ਦੇਣਗੇ, ਮੁਸਲਮਾਨ ਬਣਾ ਦੇਣਗੇ ਤੁਹਾਨੂੰ। ਇਸ ਤਰ੍ਹਾਂ ਲਾਹੌਰ ਵਿਖੇ ਲਿਜਾਇਆ ਗਿਆ। ਭਾਈ ਤਾਰੂ ਸਿੰਘ ਜੀ ਨੂੰ ਵਿਖਾ ਕੇ ਮਹਿਤਾਬ ਸਿੰਘ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਇੱਧਰ ਭਾਈ ਤਾਰੂ ਸਿੰਘ ਜੀ ਨੂੰ ਸਭਾ ਦੇ ਵਿੱਚ ਬੁਲਾ ਕਰਕੇ ਨਵਾਬ ਜਿਹੜਾ ਜ਼ਕਰੀਆ ਖਾਨ ਸੀ, ਉਸ ਦੇ ਸਨਮੁਖ ਜਦੋਂ ਭਾਈ ਸਾਹਿਬ ਗਏ, ਅਕਾਲ ਅਕਾਲ ਕਹਿ ਕੇ ਉਹਨਾਂ ਨੇ ਉਚਾਰਿਆ ਤੇ ਨਾਲ ਕਿਹਾ, ਜ਼ਕਰੀਆ ਖਾਨ ਮੈਂ ਤੇਰਾ ਕੀ ਵਿਗਾੜਿਆ? ਖੇਤੀ ਕਰਦੇ ਹਾਂ, ਪਹਿਲਾਂ ਤੁਹਾਡਾ ਟੈਕਸ ਭਰਦੇ ਹਾਂ, ਫਿਰ ਆਪ ਲੰਗਰ ਛਕਦੇ ਹਾਂ ਤੇ ਕੂਣਾ ਪੇਟ ਰੱਖਦੇ ਹਾਂ, ਭਾਵ ਕਿ ਰੱਜ ਕੇ ਨਹੀਂ ਖਾਂਦੇ। ਜੋ ਬਚ ਜਾਂਦਾ ਉਹ ਸਾਰਾ ਕੁਝ ਲਿਜਾ ਕੇ ਲੋੜਵੰਦਾਂ ਨੂੰ ਦਿੰਦੇ ਆ। ਤੇਰੇ ਪੱਲਿਓਂ ਤਾਂ ਨਹੀਂ ਨਾ ਕੁਝ ਜਾ ਰਹੇ ਆ। ਇਹ ਬਚਨ ਜਦੋਂ ਸੁਣੇ, ਨਵਾਬ ਪਹਿਲਾਂ ਕ੍ਰੋਧ ਨਾਲ ਭਰਿਆ ਸੀ, ਗੁੱਸੇ ਨਾਲ ਭਰਿਆ ਸੀ। ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗਾ, ਜੇ ਭਲਾ ਚਾਹੁੰਦਾ ਤੇ ਮੁਸਲਮਾਨ ਬਣ। ਭਾਈ ਸਾਹਿਬ ਜੀ ਕਹਿਣ ਲੱਗੇ, ਕੀ ਮੁਸਲਮਾਨ ਬਣਨ ਦੇ ਨਾਲ ਮੌਤ ਨਹੀਂ ਹੁੰਦੀ? ਜੇ ਮੁਸਲਮਾਨ ਬਣ ਕੇ ਵੀ ਮਰਨਾ ਹੀ ਹੈ ਤੇ ਮੈਨੂੰ ਆਪਣਾ ਧਰਮ ਪਿਆਰਾ ਹੈ ਤੇ ਮੈਂ ਆਪਣੇ ਧਰਮ ਵਾਸਤੇ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗਾ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਵਾਂਗਾ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਫਿਰ ਨਵਾਬ ਇਹੀ ਕਹੀ, ਜਿੰਦ ਚਾਹੈ ਤਾਂ ਆਵੋ ਜੀ। ਭਾਈ ਤਾਰੂ ਸਿੰਘ ਜੀ ਨੇ ਜਦੋਂ ਇਹ ਬਚਨ ਕੀਤਾ ਕਿ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ, ਜ਼ਕਰੀਆ ਖਾਨ ਨੇ, ਨਵਾਬ ਨੇ ਬਚਨ ਸੁਣੇ ਤੇ ਆਖਿਆ, ਤਾਰੂ ਸਿੰਘ ਮੈਂ ਹਲੇ ਵੀ ਕਹਿਣਾ, ਜੇ ਤੈਨੂੰ ਆਪਣੀ ਜਿੰਦ ਪਿਆਰੀ ਹੈ, ਜੇ ਤੂੰ ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦਾ, 4 ਦਿਨ ਦੁਨੀਆ ਵਿੱਚ ਜਿਉਣਾ ਚਾਹੁੰਦਾ, ਤੇ ਮੇਰੀ ਗੱਲ ਮੰਨ। ਇਸਲਾਮ ਧਰਮ ਜਿਹੜਾ ਹੈ ਕਬੂਲ ਕਰ ਲੈ, ਦੀਨ ਵਿੱਚ ਆ ਜਾ, ਮੈਂ ਤੈਨੂੰ ਬਖਸ਼ ਦਿਆਂਗਾ, ਤੈਨੂੰ ਛੱਡ ਦਿਆਂਗਾ। ਤੂੰ 4 ਦਿਨ ਜ਼ਿੰਦਗੀ ਜਿਹੜੀ ਸੰਸਾਰ ਵਿੱਚ ਜੀ ਲਏਗਾ। ਹੋਰ ਜੋ ਚਾਹੇ ਮੰਗ ਸੋ, ਧਨ ਹਰ ਮੁਲਕ ਜ਼ਮੀਨ। ਇਸ ਤੋਂ ਇਲਾਵਾ ਤੂੰ ਹੋਰ ਜੋ ਮਰਜ਼ੀ ਮੰਗ ਲੈ। ਧਨ ਚਾਹੀਦਾ, ਮੁਲਕ ਚਾਹੀਦਾ, ਜ਼ਮੀਨ ਚਾਹੀਦੀ ਹੈ, ਸਭ ਕੁਝ ਮਿਲ ਜਾਏਗਾ। ਇਸਲਾਮ ਕਬੂਲ ਕਰ ਲੈ, ਜੋ ਮੰਗੇਗਾ ਤੇਰੀ ਝੋਲੀ ਦੇ ਵਿੱਚ ਪਾ ਦਿਆਂਗਾ, ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਦਿਆਂਗਾ। ਹਾਂ, ਤੇਰੇ ਵਾਸਤੇ ਹੋਰ ਵੀ ਵੱਡੀ ਮੈਂ ਸ਼ਰਤ ਰੱਖਦਾ ਇਸ ਗੱਲ ਦੀ, ਤੈਨੂੰ ਹੋਰ ਵੀ ਤੋਹਫੇ ਦਿੱਤੇ ਜਾਣਗੇ। ਜਿਹੜੇ ਮੁਗਲ ਪਠਾਨ ਨੇ ਉਹਨਾਂ ਦੀਆਂ ਬੇਟੀਆਂ ਵਿਆਹ ਲਈ, ਉਹਨਾਂ ਦੇ ਡੋਲੇ ਤੈਨੂੰ ਦਿੱਤੇ ਜਾਣਗੇ, ਸ਼ਾਹੀ ਡੋਲੇ ਤੈਨੂੰ ਪ੍ਰਾਪਤ ਹੋਣਗੇ, ਉਹਨਾਂ ਦੇ ਨਾਲ ਤੂੰ ਸ਼ਾਦੀ ਕਰ ਸਕਦਾ ਹੈ। ਵੱਡੀਆਂ ਵੱਡੀਆਂ ਹਵੇਲੀਆਂ ਨੇ ਪਠਾਣਾਂ ਦੀਆਂ, ਉਹਨਾਂ ਦੇ ਵਿੱਚ ਵਾਸਾ ਕਰ ਲਈ,
ਹੁਣ ਤਾਂ ਗਰੀਬੀ ਦਾਅਵੇ ਨਾਲ ਸਮਾਂ ਬਤੀਤ ਕਰਦਾ ਹੈ। ਇੱਥੇ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਤੇਰਾ ਵਾਸਾ ਹੋਵੇਗਾ। ਤਬ ਸਿੰਘ ਜੀ ਨੇ ਬਚਨ ਉਚਾਰੋ। ਅਜਿਹੇ ਬਚਨ ਸੁਣ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਜਵਾਬ ਦਿੱਤਾ ਹੈ। ਸੋ ਵੇਖੋ ਹਮ ਜੋ ਲਗੇ ਪਿਆਰੋ। ਆਖਣ ਲੱਗੇ, ਜ਼ਕਰੀਆ ਖਾਨ ਜੀ ਇੰਨਾ ਹੀ ਖੁਸ਼ ਹੈ ਮੇਰੇ ਤੇ ਵੀ ਮੈਨੂੰ ਜ਼ਮੀਨ ਮੰਗਣ ਵਾਸਤੇ ਕਹਿੰਦਾ, ਧਨ ਮੁਲਕ ਦੇਸ਼ ਮੰਗਣ ਵਾਸਤੇ ਕਹਿ ਰਹੇ ਹੈ। ਇੱਥੋਂ ਤਾਈਂ ਕਿ ਡੋਲੇ ਵੀ ਦੇਣਾ ਚਾਹੁੰਦਾ, ਅਤੇ ਜੇਕਰ ਤੂੰ ਕੁਝ ਦੇਣਾ ਹੀ ਚਾਹੁੰਦਾ ਤੇ ਮੈਨੂੰ ਉਹ ਚੀਜ਼ ਦੇ ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗਦੀ ਹੈ, ਜਿਹੜੀ ਮੈਨੂੰ ਸਭ ਤੋਂ ਪਿਆਰੀ ਹੈ, ਉਹ ਵਸਤੂ ਮੈਨੂੰ ਦੇ ਦੇ। ਮੈਂ ਉਹੀ ਵਸਤੂ ਤੇਰੇ ਕੋਲੋਂ ਮੰਗਾਂਗਾ ਜਿਹੜੀ ਮੈਨੂੰ ਵੀ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ। ਜੇ ਹਮੇ ਹੈ ਮਿਹਰਬਾਨ। ਜੇ ਤੂੰ ਮੇਰੇ ਤੇ ਇੰਨਾ ਮਿਹਰਬਾਨ ਹੋ ਗਿਆ ਨਾ, ਵੀ ਇੰਨਾ ਦਇਆ ਇੰਨਾ ਪਿਆਰ ਤੈਨੂੰ ਮੇਰੇ ਤੇ ਆ ਰਹੇ ਹੈ, ਫਿਰ ਉਹ ਵਸਤੂ ਦਈ ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗਦੀ ਹੈ। ਮੈਂ ਨਾ ਹੋ ਮੁਸਲਮਾਨ। ਤੂੰ ਮੈਨੂੰ ਇਹ ਗੱਲ ਨਾ ਕਹਿ ਵੀ ਮੈਂ ਮੁਸਲਮਾਨ ਬਣ ਜਾਵਾਂ। ਜ਼ਕਰੀਆ ਖਾਨ ਨੇ ਤਾਂ ਸੋਚਿਆ ਵੀ ਚਲੋ ਜ਼ਮੀਨ ਮੁਲਕ ਧਨ ਆਦਿਕ ਮੰਗੇਗਾ। ਭਾਈ ਸਾਹਿਬ ਨੇ ਕਿਹਾ ਨਾ ਵੀ ਜੇ ਮਿਹਰਬਾਨ ਹੋਇਆ ਤੇ ਉਹ ਚੀਜ਼ ਦੇ ਮੈਨੂੰ ਜਿਹੜੀ ਚੰਗੀ ਲੱਗਦੀ ਹੈ। ਉਹ ਸੋਚਦਾ ਸੀ ਕਿ ਕਿਤੇ ਗਰੀਬ ਆ, ਹੋ ਸਕਦਾ ਮਾਇਆ ਮੰਗ ਲਏ, ਮੁਲਕ ਮੰਗ ਲਏ, ਹਵੇਲੀਆਂ ਮੰਗ ਲਏ ਮੇਰੇ ਕੋਲੋਂ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਪਦਾਰਥ ਨਹੀਂ ਚਾਹੀਦਾ, ਮੈਨੂੰ ਮੇਰੀ ਸਿੱਖੀ ਪਿਆਰੀ ਹੈ, ਮੈਨੂੰ ਸਿੱਖੀ ਚਾਹੀਦੀ ਹੈ। ਅਤੇ ਮੈਨੂੰ ਇੰਨੀ ਗੱਲ ਨਾ ਵਾਰ-ਵਾਰ ਕਹਿ ਕਿ ਮੈਂ ਮੁਸਲਮਾਨ ਬਣ ਜਾਵਾਂ। ਤੂੰ ਮੈਨੂੰ ਕੋਈ ਇਹੋ ਜਿਹਾ ਰਾਹ ਦੱਸ ਦੇ, ਵਿਚਕਾਰਲਾ ਰਸਤਾ ਦੱਸ ਦੇ ਕਿ ਮੇਰੀ ਸਿੱਖੀ ਜਿਹੜੀ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭ ਜਾਏ। ਸਿੱਖੀ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭ ਜਾਏ, ਇਹੋ ਜਿਹਾ ਰਾਹ ਮੈਨੂੰ ਦੱਸ ਦੇ ਤਾਂ ਕਿ ਮੈਂ ਸਿੱਖੀ ਨੂੰ ਕਮਾ ਕੇ ਸ਼ਹਾਦਤ ਦਾ ਜਾਮ ਪੀ ਲਵਾਂ। ਇਹ ਬਚਨ ਸੁਣ ਕੇ ਨਵਾਬ ਨੂੰ ਗੁੱਸਾ ਚੜ੍ਹ ਗਿਆ। ਜਦੋਂ ਭਾਈ ਤਾਰੂ ਸਿੰਘ ਜੀ ਨੇ ਅਜਿਹੇ ਬਚਨ ਕਹੇ ਹਨ, ਜ਼ਕਰੀਆ ਖਾਨ ਦੀ ਮੌਤ ਨੇੜੇ ਆ ਗਈ, ਸਮਾਂ ਨੇੜੇ ਆ ਗਿਆ। ਬੁੱਧੀ ਭ੍ਰਸ਼ਟ ਕਰ ਦਿੱਤੀ ਪਰਮੇਸ਼ਰ ਨੇ। ਉਹਨੇ ਆਪਣੇ ਜ਼ਬਾਨ ਤੋਂ, ਆਪਣੇ ਮੁਖ ਤੋਂ ਗੰਦਾ ਭੈੜਾ ਖੋਟਾ ਬਚਨ ਜਿਹੜਾ ਕਿਹਾ ਹੈ। ਆਖਣ ਲੱਗਾ ਤਾਰੂ ਸਿੰਘ, ਵਾਰ-ਵਾਰ ਇਹ ਗੱਲ ਕਹਿਣਾ ਵੀ ਸਿੱਖੀ ਕੇਸਾਂ ਅਤੇ ਸਵਾਸਾਂ ਸੰਗ ਨਿਭ ਜਾਏ ਮੇਰੀ। ਇਹੀ ਕਹਿਣਾ ਨਾ, ਮੈਂ ਜੁੱਤੀਆਂ ਮਾਰ ਕੇ ਤੇਰੇ ਸਿਰ ਦੇ ਕੇਸ ਵਾਲ ਜਿਹੜੇ ਨੇ ਨਾ ਇਹ ਉਤਾਰ ਦਿਆਂਗਾ, ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਲਾਹ ਦਿਆਂਗਾ। ਨਾਈਆਂ ਨੂੰ ਕਵਾਂਗਾ, ਉਹਨਾਂ ਨੂੰ ਬੁਲਾ ਕੇ ਨਾ ਇਹ ਗੱਲ ਜ਼ਰੂਰ ਆਖਾਂਗਾ ਵੀ ਤੇਰਾ ਸਿਰ ਮੁੰਨ ਦੇਣ, ਤੇਰੇ ਕੇਸ ਜਿਹੜੇ ਲਾਹ ਦੇਣ। ਕੇਸ ਗੁਰੂ ਦੀ ਮੋਹਰ ਨੇ, 5 ਕਕਾਰਾਂ ਦੇ ਵਿੱਚ ਕੇਸ ਆਉਂਦੇ ਨੇ। ਕੇਸਾਂ ਅਤੇ ਸਵਾਸਾਂ ਨਾਲ ਸਿੱਖੀ ਨਿਭਾਉਣ ਦਾ ਮਤਲਬ ਕੀ ਹੁੰਦਾ ਹੈ? ਜਿਵੇਂ ਸਾਡਾ ਸਰੀਰ ਹੈ ਨਾ, ਸਰੀਰ ਵਿੱਚ ਸਵਾਸ ਚੱਲਦੇ ਨੇ, ਸਾਹ ਚੱਲਦੇ ਨੇ। ਸਰੀਰ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਾਹ ਹੋਣ। ਜਦੋਂ ਸਰੀਰ ਵਿੱਚੋਂ ਸਾਹਾਂ ਦੀ ਲੜੀ ਟੁੱਟ ਜਾਏ ਤੇ ਬੰਦੇ ਦਾ ਸਰੀਰ ਮ੍ਰਿਤਕ ਹੋ ਜਾਂਦਾ, ਡੈੱਡ ਹੋ ਜਾਂਦਾ ਹੈ, ਮੁਰਦਾ ਹੋ ਜਾਂਦਾ। ਯਾਨੀ ਕਿ ਸਵਾਸ ਤੋਂ ਬਿਨਾਂ ਸਰੀਰ ਨਹੀਂ ਆਉਂਦਾ, ਸਵਾਸ ਨਾਲ ਹੀ ਸਰੀਰ ਨਿਭਦਾ। ਕੇਸ ਤੋਂ ਬਿਨਾਂ ਸਿੱਖੀ ਨਹੀਂ ਆਉਂਦੀ। ਸਰੀਰ ਦਾ ਇੱਕ ਪਾਰਟ ਨਾ ਹੋਵੇ, ਕਿਸੇ ਦੀ ਇੱਕ ਅੱਖ ਨਾ ਹੋਵੇ ਤਾਂ ਵੀ ਚੱਲ ਜਾਂਦਾ, ਕਿਸੇ ਦੀ ਇੱਕ ਕਿਡਨੀ ਨਾ ਹੋਵੇ ਤਾਂ ਵੀ ਚੱਲ ਜਾਂਦਾ, ਪਿੱਤੇ ਨਿਕਲ ਜਾਂਦੇ ਨੇ, ਇੱਕ ਗੁਰਦਾ ਫੇਲ ਹੋਵੇ ਦੂਜੇ ਨਾਲ ਕੰਮ ਚੱਲ ਜਾਂਦਾ ਹੈ, ਕੁਝ ਨਾੜੀਆਂ ਬਲੋਕ ਹੋ ਜਾਣ ਕਈਆਂ ਦੇ ਨਾਲ ਕੰਮ ਚੱਲ ਜਾਂਦਾ, ਸਰਜਰੀ ਹੋ ਜਾਂਦੀ ਹੈ। ਇੱਕ ਹੱਥ ਨਾ ਹੋਵੇ, ਇੱਕ ਪੈਰ ਨਾ ਹੋਵੇ ਤਾਂ ਵੀ ਕੰਮ ਚੱਲ ਜਾਂਦਾ ਹੈ। ਪਰ ਜੇ ਸਵਾਸ ਨਾ ਹੋਵੇ ਤੇ ਸਰੀਰ ਭਾਵੇਂ ਸੋਨੇ ਵਰਗਾ ਹੋਵੇ, ਅਰੋਗ ਹੋਵੇ ਨਾ, ਜੇ ਸਾਹ ਨਹੀਂ ਚੱਲਦਾ ਤੇ ਸੋਨੇ ਵਰਗਾ ਅਰੋਗ ਸਰੀਰ ਵੀ ਮਿੱਟੀ ਦੀ ਢੇਰੀ ਆਉਂਦਾ। ਸਰੀਰ ਦੇ ਕੁਝ ਪਾਰਟ ਇੱਦਾਂ ਦੇ ਨੇ ਜਿਨ੍ਹਾਂ ਦੇ ਬਿਨਾਂ ਕੰਮ ਚੱਲ ਜਾਂਦਾ ਹੈ, ਪਰ ਸਰੀਰ ਜਿੰਨਾ ਮਰਜ਼ੀ ਸੋਹਣਾ ਹੋਵੇ, ਅਰੋਗ ਹੋਵੇ, ਜੇ ਸਵਾਸ ਨਾ ਹੋਣ ਤੇ ਉਹ ਮਿੱਟੀ ਦੀ ਢੇਰੀ ਹੈ।
ਮਨੁੱਖ ਜਿਹੜਾ ਹੈ ਜੇ ਉਹਨੇ ਅੰਮ੍ਰਿਤ ਪਾਨ ਕੀਤਾ, ਜੇ ਉਹਦੇ ਕੇਸ ਨਹੀਂ ਨਾ, ਜੇ ਉਹਨੇ ਕੇਸ ਸਲਾਮਤ ਨਹੀਂ ਰੱਖੇ, ਤੇ ਕੇਸਾਂ ਤੋਂ ਬਿਨਾਂ ਸਿੱਖੀ ਨਹੀਂ ਹੁੰਦੀ, ਜਿਵੇਂ ਸਵਾਸ ਤੋਂ ਬਿਨਾਂ ਸਰੀਰ ਨਹੀਂ ਹੁੰਦਾ। ਤਾਂ ਹੀ ਆਪਾਂ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ। ਜਿੰਨੀ ਦੇਰ ਤੱਕ ਸਵਾਸ ਰਹੇ ਉਹਨਾਂ ਨੇ ਸਿੱਖੀ ਨੂੰ ਕੇਸਾਂ ਦੇ ਨਾਲ ਨਿਭਾਇਆ। ਕੇਸ ਵੀ ਜਿਹੜੇ ਸਨ ਕਕਾਰ ਸਨ, ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਉਹਨਾਂ ਨੇ। ਤੇ ਜਿੰਨੀ ਦੇਰ ਤੱਕ ਸਵਾਸ ਰਹੇ ਉਹ ਸਿੱਖੀ ਨਿਭਾਉਂਦੇ ਰਹੇ, ਸਿੱਖੀ ਤੋਂ ਪਤਿਤ ਨਹੀਂ ਹੋਏ। ਤੇ ਅਜਿਹੇ ਗੁਰਸਿੱਖਾਂ ਦੀ ਕਮਾਈ ਦਾ ਜਿਹੜਾ ਧਿਆਨ ਧਰ ਕੇ ਆਪਾਂ ਸਾਰੇ ਜਾਣੇ ਵਾਹਿਗੁਰੂ ਸ਼ਬਦ ਕਹਿੰਦੇ ਹਾਂ ਅਰਦਾਸ ਵਿੱਚ, ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ। ਅੱਜ ਦੀ ਨੌਜਵਾਨੀ ਭਟਕ ਗਈ ਸਾਡੀ, ਭਾਵੇਂ ਸਾਡੇ ਨੌਜਵਾਨ ਨੇ, ਭਾਵੇਂ ਬੀਬੀਆਂ ਨੇ, ਅੱਜ ਦੀਆਂ ਲੜਕੀਆਂ ਨੇ, ਉਹ ਕੇਸਾਂ ਦੀ ਬੇਅਦਬੀ ਸਭ ਤੋਂ ਪਹਿਲਾਂ ਕਰਦੀਆਂ ਨੇ। ਅੱਜ ਦਾ ਯੁੱਗ ਫੈਸ਼ਨ ਦਾ ਦੌਰ ਇਤਨਾ ਕੁ ਪ੍ਰਭਾਵਿਤ ਸਾਡੇ 'ਤੇ ਹੋ ਗਿਆ ਕਿ ਅਸੀਂ ਕੇਸਾਂ ਦੀ ਬੇਅਦਬੀ ਕਰਨ ਵੇਲੇ ਸੋਚਦੇ ਹੀ ਨਹੀਂ। ਮੇਰੇ ਪਾਤਸ਼ਾਹ ਦਾ ਹੁਕਮ ਸੀ, ਨਾ ਕੇਸ ਦੀ ਬੇਅਦਬੀ ਕਰਨੀ ਸਿੱਖ ਨੇ, ਨਾ ਰੋਮ ਦੀ ਬੇਅਦਬੀ ਕਰਨੀ। ਇਹ ਬਚਨ ਕੇਵਲ ਮਹਾਰਾਜ 10ਵੇਂ ਪਾਤਸ਼ਾਹ ਨੇ ਮਰਿਆਦਾ ਵਿੱਚ ਸਾਨੂੰ ਨਹੀਂ ਦੱਸੇ, ਬਲਕਿ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦੇ ਪਾਸ ਜਦੋਂ ਭਾਈ ਮਰਦਾਨਾ ਜੀ ਆਏ, ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਮਰਦਾਨਿਆਂ ਕੇਸ ਕਤਲ ਨਹੀਂ ਕਰਨੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਤਿਹਾਸ ਵਿੱਚ ਬਹੁਤ ਥਾਈਂ ਸਤਿਗੁਰੂ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਇਹ ਵਾਰ-ਵਾਰ ਪ੍ਰਕਰਣ ਆਉਂਦਾ ਹੈ ਕਿ ਸਿੱਖੋ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਸ ਕਰਕੇ ਮਹਾਰਾਜ ਕਲਗੀਧਰ ਜੀ ਨੇ ਪ੍ਰਪੱਕ ਮਰਿਆਦਾ ਬਣਾ ਦਿੱਤੀ ਕਿ ਸਿੱਖ ਜਿਹੜੇ ਉਹ ਕੇਸ ਰੱਖਣਗੇ, ਕੇਸ ਗੁਰੂ ਦੀ ਮੋਹਰ ਹੋਵੇਗੀ। 5 ਕਕਾਰਾਂ ਵਿੱਚ ਕੇਸ ਕਕਾਰ ਮੰਨੇ ਜਾਂਦੇ ਨੇ। ਇਸ ਕਰਕੇ ਕੋਈ ਵੀ ਸਿੱਖ ਕੇਸਾਂ ਦੀ ਬੇਅਦਬੀ ਨਾ ਕਰੇ, ਤੇ ਜੋ ਕੇਸਾਂ ਦੀ ਬੇਅਦਬੀ ਕਰਦਾ ਗੁਰੂ ਮਹਾਰਾਜ ਦਾ ਸਿੱਖ ਨਹੀਂ, ਉਹਨੂੰ ਪਤਿਤ ਸਿੱਖ ਕਹਿੰਦੇ ਨੇ, ਜਿਹੜਾ ਕੇਸ ਦੀ ਬੇਅਦਬੀ ਕਰ ਦਿੰਦਾ ਹੈ। ਕੇਸਾਂ ਦਾ ਸਤਿਕਾਰ ਕਰਨਾ ਤੇ ਕੇਸਾਂ ਦੀ ਸੇਵਾ ਸੰਭਾਲ ਕਰਨੀ ਇਹ ਸਿੱਖ ਦਾ ਫਰਜ਼ ਹੈ। ਸਾਡੇ ਦੇਸ਼ ਦੇ ਜਿਤਨੇ ਵੀ ਮਹਾਂਪੁਰਸ਼ ਪੀਰ ਪੈਗੰਬਰ ਹੋਏ, ਭਾਵੇਂ ਸਾਡੇ ਆਪਣੇ ਦੇਸ਼ ਦੇ ਹੋਵਣ, ਭਾਵੇਂ ਉਹ ਬਾਹਰਲੇ ਦੇਸ਼ਾਂ ਦੇ ਹੋਵਣ, ਹੋਰ ਕੰਟਰੀਆਂ ਦੇ ਸ਼ਹਿਰਾਂ ਦੇ ਰਹਿਣ ਵਾਲੇ ਹੋਵਣ, ਕਰੀਬਨ ਸਾਰੇ ਮਹਾਂਪੁਰਖ ਪੀਰ ਪੈਗੰਬਰ ਕੇਸਾ ਧਾਰੀ ਸਨ। ਕਿਸੇ ਨੇ ਅੱਜ ਤਾਈਂ ਕੇਸ ਕਤਲ ਨਹੀਂ ਕਰਾਏ। ਚਾਹੇ ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ ਸਨ, ਚਾਹੇ ਬ੍ਰਹਮਾ ਹੈ, ਚਾਹੇ ਵਿਸ਼ਨੂੰ ਹੈ। ਅੱਜ ਵੀ ਉਹਨਾਂ ਦੀ ਫੋਟੋ ਜਦੋਂ ਪ੍ਰਕਾਸ਼ਿਤ ਕੀਤੀ ਜਾਂਦੀ ਆ, ਉਹਨਾਂ ਦੇ ਕੇਸ ਹੁੰਦੇ ਨੇ ਸੀਸ ਉੱਪਰ। ਮੁਹੰਮਦ ਸਾਹਿਬ ਜੀ, ਅੱਜ ਤੱਕ ਉਹਨਾਂ ਦੀ ਕੋਈ ਤਸਵੀਰ ਨਹੀਂ ਬਣੀ। ਮੁਹੰਮਦ ਸਾਹਿਬ ਜੀ ਕੇਸਾ ਧਾਰੀ ਸਨ। ਕਸ਼ਮੀਰ ਦੇ ਵਿੱਚ ਕੋਈ ਅਜਿਹੀ ਮਸਜਿਦ ਹੈ ਜਿਹਦੇ ਵਿੱਚ ਉਹਨਾਂ ਦੇ ਕੇਸ ਅੱਜ ਵੀ ਸਲਾਮਤ ਪਏ ਹੋਏ ਨੇ, ਸੀਸ ਦੇ ਕੇਸ ਉਹਨਾਂ ਦੇ ਹਨ। ਜਦੋਂ ਗੁਰਸਿੱਖ ਪੀਰ ਬੁੱਧੂ ਸ਼ਾਹ ਨੇ ਸ਼ਹਾਦਤ ਦਿੱਤੀ, ਮਾਫ ਕਰਨਾ, ਉਹਨਾਂ ਦੇ ਬੱਚਿਆਂ ਨੇ ਸ਼ਹਾਦਤ ਦਿੱਤੀ, ਉਹਨਾਂ ਦੇ ਪੁੱਤਰ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ, ਆਪ ਵੀ ਬਾਅਦ ਵਿੱਚ ਸ਼ਹੀਦ ਹੋਏ ਸਨ ਪੀਰ ਬੁੱਧੂ ਸ਼ਾਹ। ਮਹਾਰਾਜ ਕਲਗੀਧਰ ਜੀ ਬੜੇ ਖੁਸ਼ ਹੋਏ, ਕੰਘਾ ਕਰ ਰਹੇ ਸਨ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਮੰਗੋ, ਕੀ ਮੰਗਦੇ ਹੋ? ਬੜੇ ਪ੍ਰਸੰਨ ਹਾਂ ਤੁਹਾਡੇ ਤੇ। ਮਹਾਰਾਜ ਕਿਰਪਾ ਕਰੋ, ਇਹ ਕੰਘਾ ਬਖਸ਼ ਦਿਓ। ਕੇਸ ਵਾਹ ਰਹੇ ਸਨ ਮਹਾਰਾਜ, ਕੇਸਾਂ ਦੀ ਸੇਵਾ ਕਰ ਰਹੇ ਸਨ। ਸਤਿਗੁਰੂ ਕਲਗੀਧਰ ਜੀ ਨੇ ਜਦੋਂ ਕੇਸ ਵਾਏ ਤੇ ਕੰਘੇ ਵਿੱਚ ਜਿਹੜੇ ਕੇਸ ਆਏ ਨਾ ਮਹਾਰਾਜ ਦੇ, ਜਿਹੜੇ ਮੁਰਦੇ ਕੇਸ ਹੁੰਦੇ, ਜਦੋਂ ਕੇਸ ਵਾਹੁੰਦੇ ਆ ਤੇ ਨਿਕਲ ਆਉਂਦੇ ਨਾਲ, ਉਹਦੇ ਸਮੇਤ ਹੀ ਕੰਘਾ ਜਿਹੜਾ ਸੀ ਉਹ ਪੀਰ ਬੁੱਧੂ ਸ਼ਾਹ ਦੀ ਝੋਲੀ 'ਚ ਪਾ ਦਿੱਤਾ। ਪੀਰ ਜੀ ਨੇ ਆਪਣੇ ਪੁੱਤਰ ਵਾਰ ਕੇ ਮਹਾਰਾਜ ਕਲਗੀਧਰ ਜੀ ਕੋਲੋਂ ਇਹ ਦਾਤ ਲਈ। ਤੁਸੀਂ ਇਹ ਸੋਚੋ ਕਿ ਉਹ ਦਾਤ ਕਿੰਨੀ ਕੀਮਤੀ ਹੋਏਗੀ ਜਿਹੜੀ ਪੁੱਤਰ ਵਾਰ ਕੇ ਉਹਨਾਂ ਨੂੰ ਮਿਲੀ ਹੈ। ਤੇ ਜੇ ਸਾਨੂੰ ਮਹਾਰਾਜ ਨੇ ਕੇਸਾਂ ਦੀ ਦਾਤ ਬਖਸ਼ੀ ਹੈ ਤੇ ਕੇਸਾਂ ਦੀ ਬੇਅਦਬੀ ਕੋਈ ਸਿੱਖ ਨਾ ਕਰੇ।
ਸੋ ਕਹਿਣ ਤੋਂ ਭਾਵ ਹੈ ਕਿ ਸਰੀਰ ਸਵਾਸ ਨਾਲ ਚੱਲਦਾ ਹੈ ਤੇ ਸਿੱਖੀ ਕੇਸਾਂ ਨਾਲ ਸਲਾਮਤ ਹੈ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ ਉਹ ਗੁਰੂ ਕਾ ਸਿੱਖ ਹੀ ਨਹੀਂ ਹੋ ਸਕਦਾ, ਭਾਵੇਂ ਕਿਸੇ ਨੇ ਅੰਮ੍ਰਿਤ ਪਾਨ ਕੀਤਾ ਭਾਵੇਂ ਨਹੀਂ ਕੀਤਾ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਗੁਰੂ ਦਾ ਸਿੱਖ ਹੀ ਕੋਈ ਨਹੀਂ। ਸੋ ਇਸ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਨੇ ਬਚਨ ਆਖੇ, ਤੂੰ ਵਾਰ-ਵਾਰ ਕੇਸਾਂ ਦੀ ਗੱਲ ਕਹੀ ਜਾਂਦਾ, ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਕਹਿੰਦਾ ਮੈਂ ਜੁੱਤੀਆਂ ਮਾਰ ਕੇ ਉਹ ਕੇਸ ਲਾ ਦਿਆਂਗਾ ਤੇਰੇ ਸਿਰ ਤੋਂ, ਗੰਜਾ ਕਰ ਦਿਆਂਗਾ ਤੈਨੂੰ। ਭਾਈ ਤਾਰੂ ਸਿੰਘ ਜੀ ਨੇ ਜਦੋਂ ਇਹ ਬਚਨ ਸੁਣੇ, ਇਹ ਗੱਲ ਸਹੀ ਨਾ ਗਈ। ਸਿੱਖ ਬਹੁਤ ਕੁਝ ਸੁਣ ਸਕਦਾ ਆਪਣੇ ਬਾਰੇ, ਪਰ ਗੁਰੂ ਕੇ ਬਖਸ਼ਿਸ਼ ਕੀਤੇ ਕਕਾਰਾਂ ਬਾਰੇ ਨਹੀਂ ਕੁਝ ਸੁਣ ਸਕਦਾ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੂੰ ਵੀਰ ਰਸ ਆਇਆ। ਆਖਣ ਲੱਗੇ, ਉਹ ਦੁਸ਼ਟਾ, ਇਹ ਗੱਲ ਕਹਿਣਾ ਕਿ ਜੁੱਤੀ ਮਾਰ ਕੇ ਕੇਸ ਲਾ ਦਿਆਂਗਾ, ਉਸੇ ਜੁੱਤੀ ਦੇ ਨਾਲ ਤੈਨੂੰ ਨਾ ਮੈਂ ਸੰਸਾਰ ਤੋਂ ਲੈ ਕੇ ਜਾਵਾਂਗਾ। ਉਸੇ ਜੁੱਤੀ ਦੇ ਮੂਹਰੇ ਲਾ ਕੇ ਤੈਨੂੰ ਮੈਂ ਆਪਣੇ ਨਾਲ ਦੁਨੀਆ ਤੋਂ ਲੈ ਕੇ ਜਾਵਾਂਗਾ। ਜਿਹੜੀ ਜੁੱਤੀ ਮਾਰ ਕੇ ਤੂੰ ਮੇਰੇ ਕੇਸਾਂ ਦੀ ਬੇਅਦਬੀ ਕਰਨਾ ਚਾਹੁੰਦਾ, ਉਹੀ ਜੁੱਤੀ ਸਿਰ ਦੇ ਉੱਪਰ ਵੱਜੇਗੀ, ਤੈਨੂੰ ਵੀ ਸਜ਼ਾ ਮਿਲੇਗੀ। ਜਿਹੜੇ ਸਤਿਗੁਰਾਂ ਦੇ ਪੂਰੇ ਸਿੱਖ ਨੇ, ਜ਼ਕਰੀਆ ਖਾਨ, ਉਹਨਾਂ ਦੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭੇਗੀ। ਇਹ ਮੇਰੇ ਗੁਰੂ ਦੀ ਕਿਰਪਾ ਬਖਸ਼ਿਸ਼ ਹੈ। ਜਿਹੜੇ ਪੂਰੇ ਸਿੱਖ ਨੇ, ਉਹਨਾਂ ਦੀ ਸਿੱਖੀ ਵੀ ਮਹਾਰਾਜ ਆਪ ਕਿਰਪਾ ਕਰਕੇ ਨਿਭਾਉਂਦੇ ਹਨ। ਇਹ ਬਚਨ ਸੁਣ ਕੇ ਨਵਾਬ ਗੁੱਸੇ ਨਾਲ ਭਰ ਗਿਆ। ਪਹਿਲਾਂ ਹੀ ਬੜਾ ਲਾਲ ਪੀਲਾ ਹੋਇਆ ਪਿਆ ਸੀ, ਪਰ ਭਾਈ ਤਾਰੂ ਸਿੰਘ ਦੇ ਬਚਨ ਇੱਦਾਂ ਜਿਵੇਂ ਬਿੱਛੂ ਨੇ ਡਸ ਲਿਆ ਹੋਵੇ। ਉਸੇ ਵਕਤ ਫਤਵਾ ਜਾਰੀ ਕਰ ਦਿੱਤਾ ਵੀ ਇਹਦੇ ਕੇਸ ਲਾ ਦਿਓ। ਜਿਹੜੇ ਨਾਈ ਸਨ, ਨਾਈਆਂ ਨੂੰ ਸੱਦ ਲਿਆ। ਆਖਦਾ ਇਹਦੇ ਕੇਸ ਉਤਾਰ ਦਿਓ। ਉਹਨੂੰ ਬੜਾ ਮਾਣ ਹੈ ਨਾ ਆਪਣੇ ਕੇਸਾਂ ਤੇ, ਬਾਰ-ਬਾਰ ਕੇਸਾਂ ਦੀ ਗੱਲ ਕਰਦਾ ਹੈ। ਇਹਦੇ ਕੇਸ ਉਤਾਰ ਦਿਓ। ਨਾਈਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਬਿਠਾ ਲਿਆ। ਜ਼ਕਰੀਆ ਖਾਨ ਆਪ ਖੁਦ ਅੱਖਾਂ ਨਾਲ ਕੌਤਕ ਵੇਖਦਾ ਸੀ। ਜਦੋਂ ਗੁਰਮੁਖੋ ਉਹਨਾਂ ਨੇ ਕੈਂਚੀਆਂ ਚਲਾਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੀਆਂ ਕੈਂਚੀਆਂ, ਉਹਨਾਂ ਦੇ ਸੰਦ ਜਿਹੜੇ ਨਾਲ ਲੈ ਕੇ ਆਏ ਸਨ, ਖੁੰਡੇ ਹੋ ਗਏ। ਭਾਈ ਤਾਰੂ ਸਿੰਘ ਜੀ ਦੇ ਕੇਸ ਜਿਹੜੇ ਸਨ ਤਾਰਾਂ ਬਣ ਗਏ, ਤਾਰਾਂ ਵਰਗੇ ਹੋ ਗਏ। ਇਹ ਗੁਰੂ ਦੀ ਕਲਾ ਹੈ। ਅੱਜ ਕੱਲ੍ਹ ਦੇ ਅਖੌਤੀ ਪ੍ਰਚਾਰਕ ਆਖੇ ਜੀ ਕਿੱਦਾਂ ਹੋ ਸਕਦਾ ਵੀ ਕੇਸ ਉਹਨਾਂ ਦੇ ਤਾਰਾਂ ਬਣ ਗਏ। ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਮਿਹਰਾਮਤ ਹੈ। ਜਦੋਂ ਸਤਿਗੁਰੂ ਕੁਝ ਕਰਨ ਤੇ ਆ ਜਾਣ ਤੇ ਬਹੁਤ ਕੁਝ ਕਰ ਦਿੰਦੇ। ਜਿਨ੍ਹਾਂ ਨੂੰ ਗੁਰੂ ਤੇ ਸ਼ੱਕ ਹੋਵੇ, ਗੁਰੂ ਦੀ ਤਾਕਤ ਤੇ ਗੁਰੂ ਦੀ ਸਮਰੱਥਾ ਤੇ ਕਿਰਪਾ ਤੇ ਸ਼ੱਕ ਹੋਵੇ, ਉਹ ਅਜਿਹੀਆਂ ਗੱਲਾਂ ਕਰਦੇ ਨੇ ਵੀ ਕੇਸ ਤਾਰ ਕਿਵੇਂ ਬਣ ਸਕਦੇ ਨੇ। ਕਹਿੰਦੇ ਹਨ ਕਿ ਉਨਕੇ ਸੰਦ ਖੁੰਡੇ ਹੋਏ ਆਏ। ਨਾਈਆਂ ਨੇ ਜਦੋਂ ਕੇਸ ਕਤਲ ਕਰਨ ਦਾ ਯਤਨ ਕੀਤਾ ਨਾ, ਉਹ ਜਿਹੜੇ ਸੰਦ ਆਦਿਕ ਲੈ ਕੇ ਆਏ ਸਨ, ਕੈਂਚੀਆਂ ਲੈ ਕੇ ਆਏ ਸਨ, ਉਹ ਸਾਰੇ ਉਹਨਾਂ ਦੇ ਸਾਜ਼ ਖੁੰਡੇ ਹੋ ਗਏ ਨੇ, ਕੇਸ ਕਤਲ ਨਹੀਂ ਕਰ ਸਕੇ। ਜਿਉਂ-ਜਿਉਂ ਨਊਏ ਭਾਵ ਨਾਈ ਜਿਹੜੇ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਨੂੰ ਕੱਟਣ ਦਾ ਯਤਨ ਕਰਦੇ ਹਨ, ਤਿਉਂ ਉਹਨਾਂ ਦੇ ਹੱਥ ਜਿਹੜੇ ਭੈੜੇ ਹੋਈ ਜਾਂਦੇ ਨੇ। ਭਾਵ ਕਿ ਉਹਨਾਂ ਪਾਸ ਕੋਈ ਤਾਕਤ ਨਹੀਂ ਬਚੀ ਕਿ ਉਹ ਕੇਸ ਕਤਲ ਕਰ ਸਕਣ। ਜਿਉਂ-ਜਿਉਂ ਯਤਨ ਕਰਦੇ ਨੇ, ਤਿਉਂ-ਤਿਉਂ ਭਾਈ ਤਾਰੂ ਸਿੰਘ ਜੀ ਦੇ ਕੇਸ ਹੋਰ ਜ਼ਿਆਦਾ ਪਰਪੱਕ ਤਾਰਾਂ ਦੇ ਵਾਂਗੂ ਮਜ਼ਬੂਤ ਹੋਈ ਜਾ ਰਹੇ ਹਨ। ਇੱਧਰ ਹੁਣ ਜਿਹੜਾ ਨਵਾਬ ਸੀ, ਉਹ ਉਹਨਾਂ ਨੂੰ ਧਮਕੀਆਂ ਦਿੰਦਾ ਸੀ। ਜਿਹੜੇ ਨਾਈ ਸਨ, ਤੁਹਾਨੂੰ ਮਾਰ ਦਿਆਂਗਾ, ਤੁਹਾਡੇ ਕੋਲੋਂ ਕੇਸ ਨਹੀਂ ਕੱਟੇ ਜਾਂਦੇ ਇੱਕ ਜਣੇ ਦੇ, ਤੁਹਾਡੀਆਂ ਕੈਂਚੀਆਂ ਨੂੰ ਕੀ ਹੋ ਗਿਆ। ਨਵਾਬ ਜਿਹੜਾ ਸੀ ਉਹਨਾਂ ਨੂੰ ਦਬਕੇ ਮਾਰਦਾ ਹੈ। ਜਿਹੜੇ ਨਾਈ ਹਨ ਤੇ ਨਵਾਬ ਦੇ ਡਰਾਇਆਂ ਉਹ ਥਰ-ਥਰ ਕੰਬਣ ਲੱਗੇ ਹਨ। ਉਹਨਾਂ ਨਾਈਆਂ ਦੇ ਹੱਥ ਵੀ ਥਰ-ਥਰ ਕੰਬਣ ਲੱਗ ਪਏ। ਖਾਲਸੇ ਦੀ ਇਹੋ ਜਿਹੀ ਕਲਾ ਉੱਥੇ ਵਰਤ ਗਈ ਹੈ। ਉਹ ਜਿਹੜੇ ਨਾਈ ਸਨ, ਉਹਨਾਂ ਦੀ ਦ੍ਰਿਸ਼ਟੀ ਮੰਦ ਹੋ ਗਈ। ਦ੍ਰਿਸ਼ਟੀ ਮੰਦ ਤੋਂ ਭਾਵ ਵੀ ਉਹਨਾਂ ਨੂੰ ਦਿਸਣੋਂ ਘਟ ਗਿਆ। ਉਹਨਾਂ ਨੂੰ ਪਤਾ ਕੁਝ ਨਹੀਂ ਲੱਗਦਾ, ਸੁੱਝਦਾ ਕੁਝ ਨਹੀਂ। ਨਵਾਬ ਕਹਿਣ ਲੱਗਾ ਵੀ ਇਉਂ ਜਾਪਦਾ ਵੀ ਜਿਵੇਂ ਤਾਰੂ ਸਿੰਘ ਨੇ ਕੋਈ ਜਾਦੂ ਕਰ ਦਿੱਤਾ ਹੈ ਇਹਨਾਂ ਉੱਪਰ। ਤੇ ਇਹ ਜਿਹੜੇ ਨਊਏ ਹਨ, ਭਾਵ ਨਾਈ ਨੇ,
ਇਹਨਾਂ ਦੀਆਂ ਕੈਂਚੀਆਂ ਕੰਮ ਨਹੀਂ ਕਰ ਰਹੀਆਂ, ਇਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆ ਰਿਹਾ, ਇਹਨਾਂ ਦੇ ਸਾਜ਼ ਖੁੰਡੇ ਹੋ ਗਏ। ਤਾਰੂ ਸਿੰਘ ਨੇ ਕੋਈ ਨਾ ਕੋਈ ਜਾਦੂ ਕਰ ਦਿੱਤਾ ਹੋਵੇਗਾ, ਜਾਂ ਫਿਰ ਕਹਿੰਦਾ ਤਾਰੂ ਸਿੰਘ ਨੇ ਇਹਨਾਂ ਨੂੰ ਕੋਈ ਲਾਲਚ ਦੇ ਦਿੱਤਾ ਹੋਣਾ ਵੀ ਮੈਂ ਤੁਹਾਨੂੰ ਪੈਸੇ ਦਿਆਂਗਾ, ਸੋਨੇ ਦੀਆਂ ਮੋਹਰਾਂ ਦਿਆਂਗਾ, ਜਾਂ ਫਿਰ ਇਹ ਲਾਲਚ ਵਸ ਹੋ ਗਏ ਹੋਣਗੇ। ਸਿਪਾਹੀਆਂ ਨੂੰ ਕਹਿੰਦਾ ਛੇਤੀ ਜਾਓ, ਜਾ ਕੇ ਨਾ ਮੋਚੀ ਲੈ ਕੇ ਆਓ, ਜਿਹੜੇ ਜੁੱਤੀਆਂ ਗੰਢਦੇ ਨਾ, ਜੁੱਤੀਆਂ ਗੰਢਣ ਵਾਲੇ ਮੋਚੀ ਲੈ ਕੇ ਆਓ। ਇਸ ਤਰ੍ਹਾਂ ਕਰੋ, ਇਹਦੇ ਵਾਲ ਨਾ ਖੋਪੜੀ ਦੇ ਨਾਲ ਲਾ ਦਿਓ, ਜੇ ਉਂਝ ਨਹੀਂ ਨਾ ਕੱਟੇ ਜਾਂਦੇ, ਨਾਲ ਇਹਦੀ ਖੋਪੜੀ ਵੀ ਪੱਟ ਦਿਓ। ਜਦੋਂ ਭਾਈ ਤਾਰੂ ਸਿੰਘ ਨੇ ਅਜਿਹੇ ਬਚਨ ਸੁਣੇ ਨਵਾਬ ਦੇ, ਭਾਈ ਸਾਹਿਬ ਨੇ ਆਪਣੇ ਮਨ ਵਿੱਚ ਭਲੀ ਮਨਾਈ, ਚੰਗਾ ਹੋਇਆ। ਕੇਸਾਂ ਦੀ ਬੇਅਦਬੀ ਤਾਂ ਨਹੀਂ ਨਾ ਕਰ ਸਕਣਗੇ, ਖੋਪਰੀ ਉਤਰਦੀ ਉਤਰ ਜਾਏ, ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਮੇਰੇ ਕੇਸਾਂ ਦੇ ਨਾਲ ਖੋਪਰੀ ਉਤਰ ਜਾਵੇਗੀ ਤੇ ਮੇਰਾ ਬਚਨ ਫਿਰ ਵੀ ਰਹਿ ਜਾਏਗਾ। ਭਾਵ ਮੇਰੀ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਦੇ ਸੰਗ ਹੀ ਨਿਭ ਜਾਏਗੀ ਜੇ ਮੇਰਾ ਖੋਪਰ ਉਤਰ ਜਾਵੇ। ਸਤਿਗੁਰੂ ਆਪ ਕਿਰਪਾ ਕਰਕੇ ਆਪਣੇ ਸਿੱਖੀ ਦੀ ਪੈਜ ਰੱਖਣਗੇ, ਬਿਰਧ ਬਾਣੇ ਦੀ ਲਾਜ ਰੱਖਣਗੇ। ਭਾਈ ਤਾਰੂ ਸਿੰਘ ਜੀ ਅਕਾਲ ਅਕਾਲ ਦਾ ਜਾਪ ਜਪਦੇ, ਚੜ੍ਹਦੀ ਜਵਾਨੀ ਸੀ, ਨੌਜਵਾਨ ਸਨ, ਕੋਈ ਜ਼ਿਆਦੀ ਉਮਰ ਨਹੀਂ ਸੀ ਭਾਈ ਤਾਰੂ ਸਿੰਘ ਜੀ ਦੀ, ਛੋਟੀ ਉਮਰ ਸੀਗੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਅਕਾਲ ਅਕਾਲ ਦਾ ਜਾਪ ਜਪਦੇ ਹਨ। ਕਹਿੰਦੇ ਹਨ ਜਿਹੜਾ ਨਵਾਬ ਸੀ ਨਾ, ਉਹਨੇ ਕੰਨ ਬੰਦ ਕਰ ਲਏ, ਕੰਨਾਂ ਵਿੱਚ ਉਂਗਲਾਂ ਪਾ ਲਈਆਂ ਵੀ ਅਕਾਲ ਅਕਾਲ ਦੀ ਜਿਹੜੀ ਆਵਾਜ਼ ਮੇਰੇ ਕੰਨਾਂ ਵਿੱਚ ਨਾ ਪਵੇ। ਇਸ ਤਰ੍ਹਾਂ ਨਵਾਬ ਜਿਹੜਾ ਸੀ ਕ੍ਰੋਧ ਦੇ ਨਾਲ, ਗੁੱਸੇ ਨਾਲ ਭਰ ਗਿਆ। ਉਸੇ ਵਕਤ ਮੋਚੀਆਂ ਨੂੰ ਹੁਕਮ ਕਰ ਦਿੱਤਾ ਹੈ। ਨਵਾਬ ਕਹਿੰਦਾ ਵੀ ਇਹਦੀ ਖੋਪੜੀ ਲਾ ਦਿਓ ਵਾਲਾਂ ਦੇ ਸਮੇਤ, ਰੰਬੀਆਂ ਮਾਰ ਕੇ ਨਾ ਖੋਪੜੀ ਲਾ ਦਿਓ। ਇਹ ਵਾਰ-ਵਾਰ ਕੇਸਾਂ ਦੀ ਗੱਲ ਕਰਦਾ, ਇਹਦਾ ਕੇਸ ਇੱਕ ਵੀ ਸਿਰ ਤੇ ਨਹੀਂ ਰਹਿਣਾ ਚਾਹੀਦਾ। ਇਹ ਬਚਨ ਸੁਣ ਕੇ ਕਸਾਈਆਂ ਨੇ ਇਸੇ ਤਰ੍ਹਾਂ ਹੀ ਕੀਤਾ ਹੈ। ਉਹਨਾਂ ਨੇ ਤਿੱਖੀ ਕਰਕੇ, ਪੈਨੀ ਕਰਕੇ, ਜਿਹੜੀ ਰੰਬੀ ਜੀ ਹੁੰਦੀ ਹੈ ਨਾ ਮੋਚੀਆਂ ਦੇ ਕੋਲ, ਜਿਹਦੇ ਨਾਲ ਉਹ ਚਮੜਾ ਆਦਿਕ ਵੱਢਦੇ ਜੇ ਨੇ, ਤੇ ਉਹ ਪੈਨੀ ਜਿਹੜੀ ਪੈਨੀ ਕਰਕੇ, ਭਾਵ ਤਿੱਖੀ ਕਰਕੇ ਰੰਬੀ ਤੇ ਭਾਈ ਤਾਰੂ ਸਿੰਘ ਦੇ ਸੀਸ ਤੇ ਰੱਖ ਦਿੱਤੀ ਹੈ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੇ ਪਾਸ ਆਏ ਉਹ ਮੋਚੀ ਜਿਹੜੇ ਸਨ, ਕਸਾਈ ਬਣ ਗਏ। ਉਹਨਾਂ ਨੇ ਆਪਣੀ ਰੰਬੀ ਨੂੰ ਚੰਗੀ ਤਰ੍ਹਾਂ ਤਿੱਖਾ ਕਰ ਲਿਆ ਤੇ ਲਿਆ ਕੇ ਸਭ ਤੋਂ ਪਹਿਲਾਂ ਮੱਥੇ ਦੇ ਉੱਪਰ, ਜੋੜ ਹੁੰਦਾ ਨਾ ਖੋਪੜੀ ਦਾ, ਮੱਥੇ ਦੇ ਉੱਤੇ ਹੁੰਦਾ ਹੈ, ਤੇ ਮੱਥੇ ਤੇ ਲਿਆ ਕੇ ਨਾ ਰੰਬੀ ਰੱਖ ਕੇ ਉਹਨੂੰ ਜ਼ੋਰ ਦੇ ਨਾਲ ਦਬਾ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਉੱਪਰ ਹਥੌੜਾ ਜਿਹਾ ਹੁੰਦਾ, ਹਥੌੜਾ ਮਾਰਿਆ, ਇੱਦਾਂ ਖੋਪਰ ਜਿਹੜਾ ਸੀ ਮੂਹਰਿਓਂ ਖੋਲ੍ਹ ਦਿੱਤਾ, ਫਿਰ ਸੱਜੇ ਕੰਨ ਨੂੰ ਖੋਲ੍ਹਿਆ, ਫਿਰ ਖੱਬੇ ਕੰਨ ਨੂੰ ਖੋਪੜੀ ਜਿਹੜੀ ਸੀ ਉਹ ਰੰਬੀ ਨਾਲ ਪੁੱਟ ਦਿੱਤੀ, ਤੇ ਉਸ ਤੋਂ ਬਾਅਦ ਫਿਰ ਇੱਦਾਂ ਦੋਨੇ ਪਾਸੇ ਘੁਮਾਉਂਦੇ ਹੋਏ ਰੰਬੀ ਤੇ ਗਿੱਚੀ ਵਾਲੇ ਪਾਸੇ ਚਲੇ ਗਏ, ਤੇ ਗਿੱਚੀ ਵਾਲੇ ਪਾਸੇ ਜਾ ਕੇ ਤੇ ਇਸ ਤਰ੍ਹਾਂ ਭਾਈ ਤਾਰੂ ਸਿੰਘ ਦੀ ਖੋਪੜੀ ਜਿਹੜੀ ਸੀ ਉਹਨਾਂ ਨੇ ਸਣੇ ਕੇਸਾਂ ਸੀਸ ਤੋਂ ਪੁੱਟ ਦਿੱਤੀ ਹੈ। ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ ਉਹਨਾਂ ਨੇ। ਇਹੋ ਜਿਹਾ ਕੋਈ ਇਹੋ ਜਿਹਾ ਗੁਰਸਿੱਖ ਖੋਪਰੀ ਲਹਾ ਲਏ, ਪਰ ਇਹ ਆਖੇ ਵੀ ਕੇਸਾਂ ਦੀ ਬੇਅਦਬੀ ਨਾ ਹੋਵੇ ਮੇਰੀ। ਇੱਦਾਂ ਦੇ ਗੁਰਸਿੱਖ ਸੰਸਾਰ ਵਿੱਚ ਜਗ ਮਹਿ ਉਤਮ ਕਾਢੀਆ ਹੈ, ਵਿਰਲੇ ਕਈ ਕੇ, ਵਿਰਲੇ ਹੀ ਹੁੰਦੇ ਨੇ ਸੰਸਾਰ ਵਿੱਚ। ਤੇ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਹਾ ਲਈ, ਪਰ ਉਹਨਾਂ ਨੇ ਸਿੱਖੀ ਨੂੰ ਕਲੰਕਤ ਨਹੀਂ ਹੋਣ ਦਿੱਤਾ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਭਾਵੇਂ ਅੱਜ ਕਿਸੇ ਨੇ ਅੰਮ੍ਰਿਤ ਛਕਿਆ ਚਾਹੇ ਨਹੀਂ ਛਕਿਆ, ਸਾਡੀ ਨੌਜਵਾਨੀ ਕੇਸਾਂ ਦਾ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਸਭ ਤੋਂ ਪਹਿਲਾਂ ਸਾਨੂੰ ਫੈਸ਼ਨ ਪ੍ਰਸਤੀ ਵਿੱਚ ਕੇਸ ਹੀ ਦਿਸਦੇ ਵੀ ਇਹ ਲਾ ਦਿਓ, ਪਹਿਲਾਂ ਇਹਨਾਂ ਨੂੰ ਕੱਟ ਦਿਓ, ਸਿੱਧੇ ਕਰ ਲਓ, ਤੇ ਅਗਨੀ ਲਾ ਕੇ ਕੇਸਾਂ ਨੂੰ ਅੱਜ ਕੱਲ੍ਹ ਬਹੁਤ ਕੁਝ ਆ ਗਿਆ, ਤੇ ਉਹ ਕੇਸ ਸਿੱਧੇ ਕਰਨ ਵਾਸਤੇ ਸੇਕ ਵੀ ਦਈ ਜਾਂਦੇ ਨੇ। ਮਹਾਰਾਜ ਨੇ ਮਰਿਆਦਾ ਤਾਂ ਇੱਥੋਂ ਤਾਈਂ ਬਣਾਈ ਵੀ ਸਿੱਖ ਕਲਫ ਤੱਕ ਨਾ ਲਾਏ ਕੇਸਾਂ ਨੂੰ, ਸਿੱਖ
ਕੇਸਾਂ ਨੂੰ ਵਸਮਾ ਨਾ ਲਾਏ, ਕਲਫ ਤੱਕ ਨਾ ਲਾਏ। ਤੇ ਅਸੀਂ ਸੇਕ ਲਾਣਾ ਵੀ ਸ਼ੁਰੂ ਕਰ ਦਿੱਤਾ। ਮੈਂ ਅੰਮ੍ਰਿਤਧਾਰੀਆਂ ਨੂੰ ਵੀ ਵੇਖਿਆ ਜਿਨ੍ਹਾਂ ਅੰਮ੍ਰਿਤਪਾਨ ਵੀ ਕੀਤਾ ਉਹ ਵੀ ਕੇਸਾਂ ਦੀ ਬੇਅਦਬੀ ਕਰੀ ਜਾਂਦੇ ਨੇ। ਫਿਰ ਆਪਣੀ ਗੱਲ ਦੁਹਰਾ ਦਿਆਂ ਕਿ ਸਰੀਰ ਜਿਹੜਾ ਹੈ ਉਹ ਸਵਾਸ ਨਾਲ ਨਿਭਦਾ ਹੈ, ਸਿੱਖੀ ਕੇਸਾਂ ਨਾਲ ਨਿਭਦੀ ਹੈ। ਤਾਂ ਹੀ ਕਿਹਾ ਜਾਂਦਾ ਸਿੱਖੀ ਕੇਸਾਂ ਸੰਗ ਨਿਭਾਹੀ। ਸਵਾਸ ਜਿਹੜਾ ਹੈ ਨਾ ਚੱਲੇ ਤੇ ਸਰੀਰ ਕੰਚਨ ਵਰਗਾ ਹੋਵੇ ਤੇ ਤਾਂ ਵੀ ਸਰੀਰ ਮਿੱਟੀ ਦੀ ਢੇਰੀ। ਤੁਹਾਡਾ ਇੱਕ ਗੁਰਦਾ ਫੇਲ ਹੋ ਜਾਏ, ਇੱਕ ਕਿਡਨੀ ਫੇਲ ਹੋ ਜਾਏ, ਸਰੀਰ ਕੰਮ ਕਰਦਾ ਹੈ। ਸਰੀਰ ਦਾ ਇੱਕ ਹਿੱਸਾ ਮਰ ਜਾਏ, ਇੱਕ ਚੱਲਦਾ ਸਰੀਰ ਤਾਂ ਵੀ ਚੱਲਦਾ ਹੈ। ਪਰ ਜੇ ਸਵਾਸ ਨਾ ਹੋਣ ਤੇ ਵੱਡਾ ਤਗੜਾ ਸਰੀਰ ਵੀ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਜੇ ਤੁਹਾਡੇ ਪਾਸ 5 ਕਕਾਰ ਨਹੀਂ, ਜੇ 5 ਵਿੱਚੋਂ ਇੱਕ ਵੀ ਕਕਾਰ ਦੀ ਬੇਅਦਬੀ ਕਰੀਏ, ਜੇ ਕੇਸਾਂ ਦੀ ਖਾਸ ਕਰਕੇ ਬੇਅਦਬੀ ਕਰੀਏ ਤੇ ਬੱਜਰ ਕਰਹਿਤ ਮੰਨੀ ਜਾਂਦੀ ਹੈ। ਤੇ ਔਰ ਇਹ ਜਿਹੜੀ ਕੇਸਾਂ ਦੀ ਬੇਅਦਬੀ ਹੈ, ਜਿਹੜਾ ਮਨੁੱਖ ਕੇਸਾਂ ਦੀ ਬੇਅਦਬੀ ਕਰਦਾ ਉਹਨੂੰ ਪਤਤ ਸਿੱਖ ਕਿਹਾ ਜਾਂਦਾ, ਉਹ ਪਤਤ ਸਿੱਖ ਮੰਨਿਆ ਜਾਂਦਾ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਖੋਪਰ ਲੁਹਾ ਲਿਆ। ਉਹਨਾਂ ਨੇ ਭਲੀ ਮਨਾਈ ਕਿ ਚੰਗਾ ਹੋਇਆ ਖੋਪਰ ਉਤਰ ਗਿਆ, ਮੇਰੇ ਕੇਸਾਂ ਦੀ ਬੇਅਦਬੀ ਨਹੀਂ ਹੋਈ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਹੌਸਪੀਟਲ ਗਏ, ਡਾਕਟਰ ਕਹਿੰਦੇ ਜੀ ਆਪਰੇਸ਼ਨ ਕਰਨਾ ਹੈ। ਮਹਾਂਪੁਰਖ ਕਹਿੰਦੇ ਨਹੀਂ ਭਾਈ, ਮੇਰੇ ਕੇਸ ਕਤਲ ਕਰੋਗੇ। ਆਪਰੇਸ਼ਨ ਜਦੋਂ ਕਰਦਾ ਨਾ ਡਾਕਟਰ ਉਸ ਤਰ੍ਹਾਂ ਜਿਹਾ ਫੇਰ ਦਿੰਦਾ ਹੈ। ਮਹਾਂਪੁਰਖ ਕਹਿਣ ਲੱਗੇ ਨਹੀਂ, ਜੇ ਮੇਰਾ ਸਮਾਂ ਆ ਗਿਆ ਹੈ, ਗੁਰੂ ਦਾ ਹੁਕਮ ਹੈ ਤੇ ਕੋਈ ਗੱਲ ਨਹੀਂ, ਮੈਨੂੰ ਮਨਜ਼ੂਰ ਹੈ, ਪਰ ਮੈਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦੇਣੀ। ਇਹੋ ਜਿਹੀਆਂ ਬੰਦਗੀ ਵਾਲੀਆਂ ਰੂਹਾਂ ਸੰਸਾਰ ਵਿੱਚ ਹਨ ਜਿਨ੍ਹਾਂ ਨੇ ਆਪਣੇ ਕੇਸਾਂ ਦੀ ਬੇਅਦਬੀ ਤੱਕ ਨਹੀਂ ਹੋਣ ਦਿੱਤੀ। ਇਸ ਪ੍ਰਕਾਰ ਗੁਰਮੁਖ ਪਿਆਰਿਓ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਿਹੜੀ ਹੈ, ਮੱਥੇ ਤੇ ਰੰਬੀ ਉਹਨਾਂ ਨੇ ਰੱਖੀ। ਪਹਿਲਾਂ ਕੰਨ ਤਾਈਂ ਇੱਕ ਪਾਸਿਓਂ ਉਹਨਾਂ ਨੇ ਖੋਪੜੀ ਲਾਈ, ਫਿਰ ਦੂਜਿਓਂ ਪਾਸਿਓਂ ਲਾਈ ਰੰਬੀ ਮਾਰ ਕੇ, ਤੇ ਗਿੱਚਿਓਂ ਤਾਈਂ ਜਾ ਕੇ ਤੇ ਉਹਨਾਂ ਨੇ ਖੋਪਰ ਜਿਹੜਾ ਭਾਈ ਤਾਰੂ ਸਿੰਘ ਦਾ ਪੁੱਟ ਦਿੱਤਾ ਹੈ। ਸਾਧ ਸੰਗਤ ਉਹ ਗੁਰਮੁਖ ਧਨ ਹਨ, ਜਿਹੜੇ ਕਹਿਣੀ ਤੇ ਕਥਨੀ ਦੇ ਪੂਰੇ, ਜਿਨ੍ਹਾਂ ਨੇ ਆਖਿਆ ਸੀ ਕਿ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ। ਤੇ ਭਾਈ ਤਾਰੂ ਸਿੰਘ ਜੀ ਨੇ ਇਸ ਤਰ੍ਹਾਂ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਹੈ। ਉਥੋਂ ਦੇ ਲੋਕ ਜਿਹੜੇ ਸਨ ਵੇਖ ਕੇ ਹੱਕੇ ਪੱਕੇ ਰਹਿ ਗਏ ਹਨ। ਜਿਨ੍ਹਾਂ ਨੇ ਇਹ ਗੱਲ ਸੁਣੀ ਨਾ, ਕਨਸੋ ਸੁਣੀ, ਖਬਰ ਸੁਣੀ ਕਿ ਭਾਈ ਤਾਰੂ ਸਿੰਘ ਦਾ ਖੋਪਰ ਪੁੱਟ ਦਿੱਤਾ ਜ਼ਕਰੀਆ ਖਾਨ ਨੇ, ਤੇ ਲੋਕ ਹਾਹਾਕਾਰ ਕਰਦੇ ਹਨ। ਸਿਆਣੇ ਲੋਕ ਇਸ ਤਰ੍ਹਾਂ ਦੇ ਬਚਨ ਕਹਿੰਦੇ ਹਨ ਕਿ ਇਹਨਾਂ ਤੁਰਕਾਂ ਦੀ ਹੁਣ ਪਾਤਸ਼ਾਹੀ ਨਹੀਂ ਰਹਿਣੀ, ਇਹ ਗਰਕ ਹੋ ਗਏ ਹਨ। ਇਸ ਤਰ੍ਹਾਂ 1800 ਤੋਂ ਉੱਪਰ 2 ਸਾਲ, ਇਹਦਾ ਭਾਵ ਵੀ 1802 ਸੰਮਤ ਬਿਕਰਮੀ ਵਿੱਚ ਭਾਈ ਤਾਰੂ ਸਿੰਘ ਜੀ ਦਾ ਇਹ ਸਾਕਾ ਹੋਇਆ ਹੈ। ਇਸ ਸਮੇਂ ਦੌਰਾਨ ਹਲੇ ਭਾਈ ਸਵੇਗ ਸਿੰਘ ਜੀ ਹਨ, ਉਹਨਾਂ ਦੀ ਸ਼ਹਾਦਤ ਬਾਅਦ ਵਿੱਚ ਹੋਈ ਸੀ ਭਾਈ ਤਾਰੂ ਸਿੰਘ ਜੀ ਦੀ। ਉਹ ਬੰਦੀਖਾਨੇ ਦੇ ਵਿੱਚ ਕੈਦ ਸਨ ਭਾਈ ਰਤਨ ਸਿੰਘ ਜੀ ਦੇ ਮੁਤਾਬਕ। ਇਹਨਾਂ ਸਾਲਾਂ ਦੇ ਵਿੱਚ ਭਾਈ ਮਤਾਬ ਸਿੰਘ ਜੀ, ਇਸੇ ਸਾਲ ਦੇ ਵਿੱਚ ਭਾਈ ਸੁੱਖਾ ਸਿੰਘ ਜੀ, ਇਸੇ ਸਾਲ ਦੇ ਵਿੱਚ ਹੀ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ 1791 ਦੇ ਵਿੱਚ ਕਹਿੰਦੇ ਹਨ ਜ਼ਕਰੀਆ ਖਾਨ ਨੇ ਜਿਹੜਾ ਹਕੀਕਤ ਰਾਏ ਸੀ ਉਹਨੂੰ ਸ਼ਹੀਦ ਕਰ ਦਿੱਤਾ ਸੀਗਾ। 1802 ਦੇ ਵਿੱਚ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਤੇ 1791 ਦੇ ਵਿੱਚ ਹਕੀਕਤ ਰਾਏ ਸ਼ਹੀਦ ਹੋਇਆ। ਹੁਣ ਉਹਨਾਂ ਦੀ ਐਗਜ਼ਾਮਪਲ ਕਿਉਂ ਦਿੱਤੀ ਹਕੀਕਤ ਰਾਏ ਦੀ? ਕਿਉਂਕਿ ਹਕੀਕਤ ਰਾਏ ਵੀ ਛੋਟੀ ਉਮਰ ਦਾ ਸੀ ਤੇ ਭਾਈ ਤਾਰੂ ਸਿੰਘ ਵੀ ਛੋਟੀ ਉਮਰ ਦੇ ਸ਼ਹੀਦ ਸਨ। ਹਲੇ ਭਰ ਜਵਾਨੀ ਉਹਨਾਂ ਦੀ ਆਰੰਭੀ ਹੋਈ ਸੀ ਭਾਈ ਤਾਰੂ ਸਿੰਘ ਜੀ ਦੀ ਜਦੋਂ ਸ਼ਹਾਦਤ ਹੋਈ। ਜਿਹੜਾ ਹਕੀਕਤ ਰਾਏ ਸੀ, ਦਾਸ ਨੇ ਪਿਛਲੇ ਦੀਵਾਨਾਂ ਵਿੱਚ ਉਹਦਾ ਜ਼ਿਕਰ ਵੀ ਕੀਤਾ ਸੀ। ਸਿਆਲਕੋਟ ਦਾ ਰਹਿਣ ਵਾਲਾ ਬਾਘਮਲ ਦਾ ਪੁੱਤਰ ਸੀਗਾ। ਤੇ ਇਸ ਤਰ੍ਹਾਂ ਬੀਬੀ ਗੌਰਾਂ ਦੀ ਕੁੱਖ ਤੋਂ ਉਹਨਾਂ ਦਾ ਜਨਮ ਹੋਇਆ। ਖੱਤਰੀਆਂ ਦੇ ਪਰਿਵਾਰ ਵਿੱਚੋਂ ਭਾਈ ਬੁੱਧ ਸਿੰਘ ਇਹ ਗੁਰਸਿੱਖ ਸਨ। ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ। ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਉਹਨਾਂ ਨੂੰ ਸਿੱਖੀ ਦੀ ਲਾਗ ਲੱਗੀ। ਇਹਨਾਂ ਦੇ ਪਿਤਾ ਨੇ
ਇਹਨਾਂ ਨੂੰ ਪੜ੍ਹਨ ਵਾਸਤੇ ਮਸਜਿਦ ਵਿੱਚ ਪਾ ਦਿੱਤਾ ਵੀ ਫਾਰਸੀ ਉਦੋਂ ਮਲਾਣੇ ਪੜ੍ਹਾਉਂਦੇ ਸਨ। ਉੱਥੇ ਕੁਝ ਕੁ ਮੁਸਲਮਾਨਾਂ ਦੇ ਬੱਚੇ ਸਨ ਅਤੇ ਉਹਨਾਂ ਨੇ, ਕਿਉਂਕਿ ਹਿੰਦੂ ਪਰਿਵਾਰ ਦੇ ਨਾਲ ਤਾਲੁਕਾਤ ਉਹ ਰੱਖਦੇ ਸਨ, ਪਰ ਭਾਈ ਹਕੀਕਤ ਰਾਏ ਦਾ ਝੁਕਾਵ ਸਿੱਖੀ ਵੱਲ ਸੀਗਾ, ਗੁਰਸਿੱਖਾਂ ਦੀ ਸੰਗਤ ਮਿਲਣ ਕਰਕੇ। ਤੇ ਉੱਥੇ ਉਹਨਾਂ ਨੇ ਦੇਵੀ ਬਾਰੇ ਆਪਸ ਸ਼ਬਦ ਬੋਲੇ, ਤੇ ਸਾਧ ਸੰਗਤ ਜੀ ਜਦੋਂ ਦੇਵੀ ਬਾਰੇ ਆਪਸ ਸ਼ਬਦ ਬੋਲੇ ਤੇ ਭਾਈ ਹਕੀਕਤ ਰਾਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਇੱਕ ਬਚਨ ਕਹਿ ਦਿੱਤਾ ਉਹਨਾਂ ਨੇ ਕਿ ਮੁਹੰਮਦ ਸਾਹਿਬ ਦੀ ਬੇਟੀ ਫਾਤਮਾ ਸੀ, ਵੀ ਜੇ ਮੈਂ ਉਹਨਾਂ ਨੂੰ ਮਾੜਾ ਕਵਾਂ, ਜੇ ਮੈਂ ਫਾਤਮਾ ਨੂੰ ਮਾੜਾ ਕਵਾਂ ਤੁਹਾਨੂੰ ਬੁਰਾ ਲੱਗੇਗਾ ਨਾ, ਤੇ ਤੁਸੀਂ ਕਿਉਂ ਦੇਵੀ ਨੂੰ ਮਾੜਾ ਕਹਿੰਦੇ ਹੋ? ਕਹਿੰਦੇ ਮੈਂ ਫਾਤਮਾ ਨੂੰ ਮਾੜਾ ਨਹੀਂ ਕਹਿਣਾ, ਨਾ ਮੈਂ ਕਹਿਆ, ਪਰ ਮੈਂ ਤੁਹਾਨੂੰ ਉਦਾਹਰਣ ਦੇ ਰਿਹਾ ਵੀ ਤੁਸੀਂ ਦੇਵੀ ਨੂੰ ਮਾੜਾ ਕਹਿ ਰਹੇ ਹੋ, ਤੇ ਜੇ ਮੈਂ ਫਾਤਮਾ ਨੂੰ ਮਾੜਾ ਆਖਾਂਗਾ ਤੇ ਤੁਹਾਨੂੰ ਵੀ ਬੁਰਾ ਲੱਗੇਗਾ। ਬਸ ਇੰਨੀ ਗੱਲ ਤੋਂ ਮਲਾਣੇ ਤੇ ਉਹ ਨੌਜਵਾਨ ਚਿੜ ਗਏ। ਉਹਨਾਂ ਨੇ ਅਮੀਰ ਬੇਗ ਦੇ ਕੋਲ ਜਾ ਕੇ ਇਹਦਾ ਚਲਾਨ ਜਿਹੜਾ ਸੀ ਉਹ ਜ਼ਕਰੀਆ ਖਾਨ ਦੇ ਕੋਲ ਪੇਸ਼ ਕਰਾਇਆ ਲਾਹੌਰ ਵਿਖੇ। ਅਮੀਰ ਬੇਗ ਨੇ ਗ੍ਰਿਫਤਾਰ ਕੀਤਾ, ਜ਼ਕਰੀਆ ਖਾਨ ਕੋਲ ਭੇਜ ਦਿੱਤਾ ਤੇ ਇਸ ਤਰ੍ਹਾਂ ਉਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਛੋਟੀ ਜਿਹੀ ਉਮਰ ਦਾ ਸੀ ਹਕੀਕਤ ਰਾਏ। ਤੇ ਇਸੇ ਪ੍ਰਕਾਰ ਭਾਈ ਤਾਰੂ ਸਿੰਘ ਜੀ ਜਿਹੜੇ ਸਨ, ਬਹੁਤੀ ਜ਼ਿਆਦਾ ਉਮਰ ਉਹਨਾਂ ਦੀ ਉਮਰ ਨਹੀਂ ਸੀ, ਹਲੇ ਭਰ ਜਵਾਨੀ ਦੀ ਉਮਰ ਉਹਨਾਂ ਦੀ ਆਰੰਭ ਹੋਈ ਸੀ। ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ 1802 ਦੇ ਵਿੱਚ ਭਾਈ ਤਾਰੂ ਸਿੰਘ ਜੀ ਨੇ ਸਾਕਾ ਕੀਤਾ ਤੇ 1791 ਦੇ ਵਿੱਚ ਜਿਹੜਾ ਹਕੀਕਤ ਰਾਏ ਸੀ, ਜ਼ਕਰੀਆ ਖਾਨ ਨੇ ਉਹਨੂੰ ਵੀ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ। ਕਹਿੰਦੇ ਹਨ ਜਿਹੜਾ ਹਕੀਕਤ ਰਾਏ ਜਦੋਂ ਸ਼ਹੀਦ ਹੋਇਆ, ਹਲੇ ਉਹ ਬੱਚਾ ਸੀਗਾ, ਉਹਦੇ ਕੋਲੋਂ ਇੰਨਾ ਕੁਝ ਨਹੀਂ ਸਰਿਆ। ਸ਼ਹੀਦ ਤਾਂ ਉਹਨੂੰ ਕਰ ਦਿੱਤਾ ਪਰ ਉਹ ਬਹੁਤਾ ਕੁਝ ਨਾ ਕਰ ਸਕਿਆ। ਜਦੋਂ ਹਕੀਕਤ ਰਾਏ ਨੂੰ ਇਹਨੇ ਮਾਰ ਦਿੱਤਾ ਤੇ ਨਵਾਬ ਹੋਰ ਚੰਬਲ ਗਿਆ। ਜਦੋਂ ਜਿਉਂ-ਜਿਉਂ ਸਿੱਖਾਂ ਨੂੰ ਸ਼ਹੀਦ ਕਰਦਾ ਜਾਂਦਾ ਸੀ, ਉਹ ਚੰਬਲਦਾ ਜਾਂਦਾ ਸੀ ਵੀ ਮੇਰੇ ਤੋਂ ਵੱਡਾ ਬਲਵਾਨ ਤੇ ਤਾਕਤਵਰ ਕਿਹੜਾ ਹੈ। ਜੇ ਇੱਕ ਸਿੱਖ ਮਾਰਦਾ, 4 ਸਿੱਖਾਂ ਨੂੰ ਹੋਰ ਮਾਰਨ ਦਾ ਉਤਸ਼ਾਹ ਉਹਦੇ ਅੰਦਰ ਪੈਦਾ ਹੁੰਦਾ ਸੀ। ਇੱਦਾਂ ਉਹ ਦਿਨ ਪ੍ਰਤੀ ਦਿਨ ਚੰਬਲਦਾ ਗਿਆ ਹੈ। ਜ਼ਕਰੀਆ ਖਾਨ ਨੇ ਬੜਾ ਜ਼ੁਲਮ ਕੀਤਾ ਸਿੰਘਾਂ ਦੇ ਉੱਤੇ, ਇਹਦੇ ਨਾਲ ਉਹਦੀ ਸ਼ੋਹਰਤ ਹੋਣ ਲੱਗ ਪਈ। ਭਾਵ ਜਿਹੜੇ ਲੋਕ ਕੱਟੜਪੰਥੀ ਲੋਕ ਸਨ ਇਹਨਾਂ ਦੇ ਪੱਖ ਦੇ, ਉਹ ਜ਼ਕਰੀਆ ਖਾਨ ਦੀ ਵਡਿਆਈ ਕਰ ਰਹੇ ਨੇ, ਤੂੰ ਬੜਾ ਚੰਗਾ ਕੀਤਾ, ਬਹੁਤ ਚੰਗਾ ਕੀਤਾ ਹੈ। ਇੱਦਾਂ ਜਹਾਨ ਵਿੱਚ ਉਹਦੀ ਸ਼ੋਹਰਤ ਹੋਣ ਲੱਗੀ ਹੈ। ਜਿਹੜੇ ਸਿੰਘ ਸਨ ਉਹਨਾਂ ਦੇ ਵਿੱਚ ਗਮੀ ਪੈਦਾ ਹੋ ਗਈ, ਕਿਉਂਕਿ ਪਤਾ ਨਹੀਂ ਕਿੰਨੇ ਕੁ ਸਿੰਘ ਇਹਨੇ ਸ਼ਹੀਦ ਕਰ ਦਿੱਤੇ। ਪਿੱਛੇ ਉਦਾਹਰਣਾਂ ਦਿੱਤੀਆਂ ਸਨ ਕਿ ਇਹਨਾਂ ਨੇ ਸਿੰਘਾਂ ਦੇ ਸਿਰ ਵੱਢ ਕੇ ਨਾ ਵੱਡੀਆਂ ਵੱਡੀਆਂ ਟਾਰੀਆਂ ਬਣਾ ਦਿੱਤੀਆਂ ਸਨ ਲਾਹੌਰ ਦੇ ਵਿੱਚ। ਉਹ ਤਾਂ ਭਾਈ ਸੁਬੇਗ ਸਿੰਘ ਜੀ ਨੇ ਕੁਰਬਾਨੀ ਦਿੱਤੀ। ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਇਹਨਾਂ ਨੇ ਸਿੰਘਾਂ ਦੀਆਂ ਵੱਡੀਆਂ ਵੱਡੀਆਂ ਅਟਾਰੀਆਂ ਬਣਾਈਆਂ ਨਾ, ਸੀਸ ਦੀਆਂ ਕੰਧਾਂ ਬਣਾ ਦਿੱਤੀਆਂ, ਤੇ ਉਹ ਜਿਹੜੇ ਸੀਸ ਉਹਨਾਂ ਨੇ ਉੱਥੋਂ ਢਵਾ ਕੇ ਤੇ ਉਹਨਾਂ ਦੇ ਸੰਸਕਾਰ ਕਰਾਏ। ਚਰਖੜੀਆਂ ਪਟਾਈਆਂ ਭਾਈ ਸੁਬੇਗ ਸਿੰਘ ਹਰਾਂ ਨੇ, ਤੇ ਉਹਨਾਂ ਦੀ ਇਹ ਵੱਡੀ ਕੁਰਬਾਨੀ ਭਾਈ ਸੁਬੇਗ ਸਿੰਘ ਹਰਾਂ ਦੀ। ਇਸ ਪ੍ਰਕਾਰ ਇਹਨੇ ਇੰਨਾ ਕੁ ਜ਼ੁਲਮ ਸਿੰਘਾਂ 'ਤੇ ਕੀਤਾ ਕਿ ਸਿੰਘਾਂ ਦੇ ਵਿੱਚ ਉਦਾਸੀ ਆ ਗਈ। ਸਿੰਘ ਥੋੜ੍ਹੇ ਜਿਹੇ ਰਹਿ ਗਏ ਗਿਣਤੀ ਦੇ। ਤੁਸੀਂ ਆਪ ਸੋਚੋ ਵੀ ਕਿੰਨਾ ਕੁ ਅਤਿਆਚਾਰ ਇਹਨੇ ਕੀਤਾ ਹੋਵੇਗਾ ਵੀ ਜਦੋਂ ਆਪਾਂ ਕਹਿ ਦਈਏ ਵੀ ਗਿਣਤੀ ਦੇ ਸਿੱਖ ਰਹਿ ਗਏ। ਤੇ ਦੂਜੇ ਪਾਸੇ ਜਿਹੜੇ ਮੁਸਲਮਾਨ, ਉਹਨਾਂ ਦੇ ਘਰ ਵਿੱਚ ਖੁਸ਼ੀਆਂ ਪੈਦਾ ਹੋ ਗਈਆਂ। ਮੁਖਬਰ ਜਿਹੜੇ ਟਾਊਟ ਸਨ ਸਰਕਾਰ ਦੇ, ਉਹ ਖੁਸ਼ ਹੋ ਗਏ। ਇਸ ਤਰ੍ਹਾਂ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਕਿ ਸਿੰਘ ਮੁੱਕ ਗਏ ਹਨ। ਇੱਧਰ ਸਿੱਖਾਂ ਦੀ ਧਰਮਸ਼ਾਲਾ ਸੀ ਲਾਹੌਰ ਦੇ ਵਿੱਚ ਨਾ, ਲੰਡੇ ਬਾਜ਼ਾਰ ਦੇ ਕੋਲ ਇੱਕ ਧਰਮਸ਼ਾਲਾ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ। ਤੇ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਜਾ ਕੇ ਜ਼ਕਰੀਆ ਖਾਨ ਨੇ ਉੱਥੇ ਸੁਟਵਾ ਦਿੱਤਾ। ਲਓ ਸਾਂਭ ਲਓ ਆਪਣਾ ਸਿੱਖ। ਉਹਨੂੰ ਪਤਾ ਸੀ ਵੀ ਇਹਦੀ ਖੋਪੜੀ ਉਤਰ ਗਈ, ਅੱਜ ਨਹੀਂ ਤੇ 2 ਦਿਨਾਂ ਨੂੰ ਹੋਰ ਜਿਉਂਦਾ ਰਹੇਗਾ ਤੇ ਖੀਰ ਤਾਂ ਇਹਨੇ ਚਲਾ ਹੀ ਜਾਣਾ ਹੈ। ਇਸ ਤਰ੍ਹਾਂ ਧਰਮਸ਼ਾਲਾ ਦੇ ਵਿੱਚ ਸਿੱਖ ਨੂੰ ਭੇਜ ਦਿੱਤਾ ਗਿਆ। ਦੂਜਾ ਇਹ ਵੀ ਪ੍ਰਸੰਗ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਨੂੰ ਬਾਹਰ ਝਾੜਾਂ ਵਿੱਚ ਸੁੱਟ ਦਿੱਤਾ, ਤੇ ਉੱਥੋਂ ਦੇ ਧਰਮਸਾਲ ਦੇ ਜਿਹੜੇ ਗੁਰਸਿੱਖ ਸਨ, ਸੇਵਾ ਕਰਨ ਵਾਲੇ, ਉਹਨਾਂ ਨੇ ਜਦੋਂ ਭਾਈ ਤਾਰੂ ਸਿੰਘ ਨੂੰ ਵੇਖਿਆ ਤੇ ਉਹ ਭਾਈ ਤਾਰੂ ਸਿੰਘ ਜੀ ਨੂੰ ਉੱਥੋਂ ਲਿਜਾ ਕੇ ਤੇ ਉਹਨਾਂ ਨੇ ਧਰਮਸ਼ਾਲਾ ਵਿੱਚ ਜਾ ਕੇ ਮਲਮ ਪੱਟੀ ਕੀਤੀ, ਉਹਨਾਂ ਦਾ ਇਲਾਜ ਕਰਨ ਦਾ ਯਤਨ ਕੀਤਾ ਹੈ।
ਸੁਹਾਏ। ਸਾਧ ਸੰਗਤ ਜੀ, ਧਰਮਸ਼ਾਲਾ ਦੇ ਰਹਿਣ ਵਾਲੇ ਸਿੱਖਾਂ ਨੂੰ ਕਹਿੰਦਾ ਜਦੋਂ ਇਹਦੇ ਪ੍ਰਾਣ ਨਿਕਲ ਜਾਣਗੇ ਨਾ, ਇਹਨੂੰ ਫੂਕ ਦਿਓ, ਭਾਵ ਇਹਦਾ ਸੰਸਕਾਰ ਕਰ ਦਿਓ। ਜੋ ਕੋਈ ਸਿੰਘ ਜੀ ਮੁਖੋ ਹਾਏ ਨਾ ਕਰੈ। ਕਹਿੰਦੇ ਖੋਪਰੀ ਉਤਰ ਗਈ, ਪਰ ਧੰਨ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਮੁਖ ਤੋਂ ਇੱਕ ਵੀ ਹਾਏ ਸ਼ਬਦ ਨਹੀਂ ਕਿਹਾ, ਸੀ ਤੱਕ ਨਹੀਂ ਉਚਾਰੀ। ਗੁਰੂ ਗੁਰੂ ਮੁਖ ਤੇ ਸੋ ਰਰੈ। ਹੁਣ ਆਪਣੇ ਮੁਖ ਰਾਹੀਂ ਗੁਰੂ ਗੁਰੂ ਜਪਦੇ ਹਰ। ਸੋ ਕਰੈ ਇਸਨਾਨ। ਇਸ਼ਨਾਨ ਕਰਦੇ ਕਾਹਦੇ ਨਾਲ? ਸੀਸ ਦੇ ਵਿੱਚੋਂ ਰਕਤ ਲਹੂ ਜਿਹੜਾ ਨਿਕਲਦਾ ਨਾ, ਉਹਦੇ ਨਾਲ ਭਾਈ ਤਾਰੂ ਸਿੰਘ ਇਸ਼ਨਾਨ ਕਰਦੇ ਹਨ। ਜੋ ਗੰਗਾ ਮੈਂ ਡੂਬੀ ਲਾਂ। ਜਿਵੇਂ ਕੋਈ ਜਾ ਕੇ ਗੰਗਾ ਵਿੱਚ ਟੁੱਬੀ ਮਾਰਦਾ ਨਾ, ਇਸ ਤਰ੍ਹਾਂ ਭਾਈ ਜਿਹੜੇ ਤਾਰੂ ਸਿੰਘ ਜੀ ਨੇ ਉਹ ਆਪਣੇ ਰਕਤ ਵਿੱਚ ਇਸ਼ਨਾਨ ਕਰਦੇ ਟੁੱਬੀ ਮਾਰਦੇ ਹਨ। ਮਨਸੂਰ ਨੇ ਹੱਥ ਘਟਾਏ। ਜਿਵੇਂ ਮਨਸੂਰ ਦੇ ਹੱਥ ਕਹਿੰਦੇ ਵੱਢ ਦਿੱਤੇ ਗਏ ਸਨ। ਸੋ ਵਜੂ ਸਜਾਏ। ਸਾਧ ਸੰਗਤ ਜੀ, ਨਮਾਜ਼ ਦਾ ਸਮਾਂ ਹੋ ਗਿਆ ਸੀ ਜਦੋਂ ਮਨਸੂਰ ਦੇ ਹੱਥ ਵੱਢੇ ਗਏ। ਵੁਜੂ ਕਰਦੇ ਨੇ ਜਿਹੜੇ ਮੁਸਲਮਾਨ ਹੁੰਦੇ ਨੇ, ਤੇ ਸਾਧ ਸੰਗਤ ਜੋ ਕੀ ਕਰਦੇ, ਪੈਰ ਮੂੰਹ ਅਰਕਾਂ ਤੇ ਹੱਥ ਆਦਿਕ ਧੋਂਦੇ ਨੇ। ਆਪਾਂ ਜਿਵੇਂ 5 ਇਸ਼ਨਾਨਾਂ ਕਹਿ ਦਿੰਦੇ ਆ ਨਾ, ਆਪਾਂ ਤਾਂ ਇਕੱਲਾ ਮੂੰਹ ਧੋ ਕੇ 5 ਇਸ਼ਨਾਨਾਂ ਬਣਾ ਦਿੰਦੇ ਆ। ਇਹ 5 ਇਸ਼ਨਾਨਾਂ ਨਹੀਂ ਹੁੰਦਾ, ਇਹ ਤਾਂ ਮੂੰਹ ਚੋਪੜਨਾ ਹੀ ਹੁੰਦਾ ਆ। 5 ਇਸ਼ਨਾਨਾਂ ਦੇ ਵਿੱਚ ਵੀ ਪੈਰ ਧੋ ਲਏ, ਲੱਤਾਂ ਧੋ ਲਈਆਂ, ਹੱਥ ਆਦਿਕ ਜਿਹੜੇ ਕੂਣੀਆਂ ਤੱਕ ਧੋ ਲਏ, ਮੁੱਖ ਆਦਿਕ ਧੋ ਲਿਆ, ਇਹ 5 ਇਸ਼ਨਾਨਾਂ ਬਣਦਾ ਹੈ। ਤੇ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਵਿੱਚ ਵੀ ਇਹ ਰੀਤ ਹੈ, ਜਦੋਂ ਨਮਾਜ਼ ਪੜ੍ਹਦੇ ਨੇ ਤੇ ਵਜੂ ਕਰਦੇ ਨੇ। ਤੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਇਹ ਰੀਤ ਮੁਹੰਮਦ ਸਾਹਿਬ ਨੇ ਚਲਾਈ ਸੀ, ਕਿਉਂਕਿ ਅਰਬ ਕੰਟਰੀਆਂ ਵਿੱਚ ਪਾਣੀ ਦੀ ਕਿੱਲਤ ਸੀ। ਇਸ ਕਰਕੇ ਉਹਨਾਂ ਨੇ ਇਹ ਰੀਤ ਆਰੰਭ ਕੀਤੀ ਸੀ ਵੀ ਥੋੜ੍ਹਾ ਜਿਹੜਾ ਜਲ ਹੈ ਉਹ ਵਰਤਿਆ ਜਾਏ ਨਮਾਜ਼ ਪੜ੍ਹਨ ਤੋਂ ਪਹਿਲਾਂ। ਇਸ ਪ੍ਰਕਾਰ ਉਸ ਵਕਤ ਕਹਿੰਦੇ ਮਨਸੂਰ ਨੇ ਲਹੂ ਦੇ ਨਾਲ ਹੀ ਵਜੂ ਕਰ ਲਿਆ। ਹੱਥ ਵੱਢ ਦਿੱਤੇ ਗਏ ਤੇ ਜਿਹੜਾ ਲਹੂ ਨਿਕਲਿਆ ਸੀ ਉਹਦੀਆਂ ਬਾਹਾਂ ਦੇ ਵਿੱਚੋਂ, ਉਹਦੇ ਨਾਲ ਹੀ ਉਹਨੇ ਇਸ਼ਨਾਨ ਕੀਤਾ ਹੈ। ਜਦੋਂ ਉਹਨੇ ਨਮਾਜ਼ ਪੜ੍ਹੀ ਮਨਸੂਰ ਨੇ, ਤੇ ਉਹਦੀ ਨਮਾਜ਼ ਦਰਗਾਹ ਦੇ ਵਿੱਚ ਕਬੂਲ ਹੋ ਗਈ ਹੈ। ਜਿਹੜੇ ਮੁੱਲਾ ਤੇ ਕਾਜੀ ਸਨ ਉਹ ਦੁਖੀ ਹੋ ਗਏ, ਗਮਗੀਨ ਹੋ ਗਏ ਕਿ ਇਹਨੇ ਨਮਾਜ਼ ਪੜ੍ਹ ਲਈ ਹੈ। ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਜਦੋਂ ਖੋਪਰ ਲਾ ਦਿੱਤਾ ਗਿਆ, ਉਹ ਧਰਮਸ਼ਾਲਾ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ। ਤੇ ਪਿੱਛੋਂ ਜਾਣ ਬੁੱਝ ਕੇ ਜਿਹੜਾ ਜ਼ਕਰੀਆ ਖਾਨ ਸੀ, ਉਹਨੇ ਸੁਨੇਹਾ ਭੇਜ ਦਿੱਤਾ ਭਾਈ ਤਾਰੂ ਸਿੰਘ ਨੂੰ। ਆਖਣ ਲੱਗਾ ਤਾਰੂ ਸਿੰਘ ਮੇਰੀ ਸਭਾ ਵਿੱਚ ਤਾਂ ਬੜੀ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦਾ ਸੀ ਕਿ ਮੈਂ ਆਪਣੀ ਸਿੱਖੀ ਜਿਹੜੀ ਆ ਉਹ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ। ਤਾਰੂ ਸਿਆਂ ਤੇਰੀ ਗੱਲ ਤਾਂ ਝੂਠੀ ਹੋ ਗਈ ਨਾ। ਮੇਰੀ ਸਭਾ ਦੇ ਵਿੱਚ ਤਾਂ ਬੜੇ ਮਾਣ ਨਾਲ ਕਹਿੰਦਾ ਸੀ, ਪਰ ਤੇਰੀ ਇਹ ਗੱਲ ਝੂਠੀ ਹੋ ਗਈ ਹੈ। ਕਹਿੰਦੇ ਹਨ ਕਿ ਤੇਰੀ ਜਿਹੜੀ ਸਿਰ ਦੀ ਖੱਲ ਹੈ ਨਾ, ਉਹ ਖੱਲ ਦੇ ਸਮੇਤ ਭਾਵ ਖੋਪੜੀ ਦੇ ਸਮੇਤ ਤੇਰੇ ਕੇਸ ਮੈਂ ਲਾ ਦਿੱਤੇ ਹਨ। ਹੁਣ ਤੇਰੀ ਦੇਹੀ ਜਿਹੜੀ ਹੈ ਨਾ, ਬਿਨਾਂ ਵਾਲਾਂ ਤੋਂ ਬਿਨਾਂ ਕੇਸਾਂ ਤੋਂ ਰਹਿ ਗਈ ਹੈ। ਇਸ ਪ੍ਰਕਾਰ ਤੇਰੀ ਗੱਲ ਤਾਂ ਝੂਠੀ ਹੋ ਗਈ, ਤੇਰੇ ਤਾਂ ਕੇਸ ਰਹੇ ਨਹੀਂ। ਖੈਰ ਮੈਂ ਇੱਕ ਬਚਨ ਹੋਰ ਸਾਂਝਾ ਕਰ ਦਿਆਂ। ਸਿੱਖ ਰਹਿਤ ਮਰਿਆਦਾ ਵਿੱਚ ਜਿਹੜਾ ਸਿੱਖ ਕੇਸਾਂ ਨੂੰ ਵਾਲ ਕਹਿੰਦਾ, ਉਹ ਤਨਖਾਹੀਆ ਸਿੱਖ ਹੈ। ਅਸੀਂ ਤਾਂ ਰਹਿਤ ਮਰਿਆਦਾ ਸਿਰਫ ਓਨੀ ਕੀ ਜਾਣਦੇ ਹਾਂ ਜਿੰਨੀ ਕੁ 5 ਸਿੰਘਾਂ ਨੇ ਸਾਨੂੰ ਦੱਸੀ ਹੈ। ਤੇ 5 ਸਿੰਘਾਂ ਦੀ ਜਿਹੜੀ ਦੱਸੀ ਹੋਈ ਰਹਿਤ ਮਰਿਆਦਾ, ਉਹ ਵੀ ਕਿੱਥੇ ਸਾਨੂੰ ਯਾਦ ਹੈ। ਸਾਨੂੰ ਤਾਂ 2-4 ਮੇਨ ਗੱਲਾਂ ਯਾਦ ਰਹਿ ਗਈਆਂ। ਪਰ ਭਾਈ ਸਾਹਿਬ, ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੇ ਸਾਰੇ ਗੁਰਸਿੱਖਾਂ ਨੇ ਰਹਿਤਨਾਮੇ ਲਿਖੇ ਨੇ। ਤੇ ਉਹਨਾਂ ਰਹਿਤਨਾਮਿਆਂ ਦੇ ਅੰਦਰ ਤਨਖਾਹਨਾਮਾ ਭਾਈ ਨੰਦ ਲਾਲ ਜੀ ਨੇ ਲਿਖਿਆ ਵੀ ਜੇ ਸਿੱਖ ਗਲਤੀ ਕਰਦਾ ਉਹਨੂੰ ਕੀ ਤਨਖਾਹ ਲੱਗੇਗੀ। ਪੰਥ ਪ੍ਰਕਾਸ਼ ਦੀ ਕਥਾ ਸੰਪੂਰਨ ਹੋਣ ਤੋਂ ਬਾਅਦ ਇਹ ਯਤਨ ਜ਼ਰੂਰ ਕਰਾਂਗੇ ਕਿ ਰਹਿਤਨਾਮਿਆਂ ਦੀ ਕਥਾ ਸੰਗਤਾਂ ਦੇ ਸਨਮੁਖ ਭੇਟ ਕੀਤੀ ਜਾਏ, ਤਾਂ ਕਿ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੇ ਰਹਿਤ ਮਰਿਆਦਾ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਜਿੰਨੀ ਦੇਰ ਤੱਕ ਸਾਨੂੰ ਕੁਝ ਪਤਾ ਹੀ ਨਹੀਂ ਤੇ ਅਸੀਂ ਕਰਾਂਗੇ ਕੀ। ਇਸ ਕਰਕੇ ਜਿਹੜੇ ਕੇਸ ਨੇ, ਇਹਨਾਂ ਕੇਸਾਂ ਨੂੰ ਵਾਲ ਕਹਿਣ ਵਾਲਾ ਸਿੱਖ ਤਨਖਾਹੀਆ ਕਰਾਰ ਦਿੱਤਾ ਜਾਂਦਾ, ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ। ਇਹ ਵਚਨ ਰਹਿਤਨਾਮਿਆਂ 'ਚ ਲਿਖਿਆ। ਇਸ ਕਰਕੇ ਤੁਸੀਂ ਕਿਤੇ ਵੀ ਸ਼ਬਦ ਪੜ੍ਹੋਗੇ ਜਦੋਂ ਰਹਿਤ ਮਰਿਆਦਾ ਵਿੱਚ ਜਾਂ ਧਾਰਮਿਕ ਗ੍ਰੰਥਾਂ ਵਿੱਚ, ਕੇਸ ਸ਼ਬਦ ਜ਼ਿਆਦਾਤਰ ਆਉਂਦਾ ਹੈ। ਇਸ ਕਰਕੇ ਸਾਧ ਸੰਗਤ ਜੀਓ,
ਇੱਥੇ ਜੋ ਬਚਨ ਆ ਰਹੇ ਹੈ ਉਹ ਜਿਹੜਾ ਜ਼ਕਰੀਆ ਖਾਨ ਸੀ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਵੀ ਤੇਰੀ ਗੱਲ ਝੂਠੀ ਹੋ ਗਈ ਹੈ, ਤੇਰੇ ਸਿਰ ਦੇ ਜਿਹੜੇ ਕੇਸ ਸਨ ਮੈਂ ਤੇਰੀ ਖੋਪੜੀ ਦੇ ਸਮੇਤ ਲਾ ਦਿੱਤੇ ਤੇ ਤੇਰੀ ਦੇਹੀ ਤੇਰਾ ਸਰੀਰ ਬਿਨਾਂ ਕੇਸਾਂ ਤੋਂ ਬਚ ਗਿਆ ਹੈ। ਸਿੰਘ ਨੇ ਉਹ ਬਾਣੀ ਕਹੀ। ਤੇਰੀ ਤਾਂ ਗੱਲ ਝੂਠੀ ਹੋ ਗਈ ਨਾ, ਤੇਰੀ ਤਾਂ ਸਿੱਖੀ ਨਿਭੀ ਨਹੀਂ, ਕਿਉਂਕਿ ਤੇਰੇ ਕੇਸ ਹੀ ਨਹੀਂ ਰਹੇ, ਮੈਂ ਤੇਰੇ ਕੇਸ ਹੀ ਲਾ ਦਿੱਤੇ। ਇਹ ਗੱਲ ਸੁਣ ਕੇ ਫਿਰ ਭਾਈ ਤਾਰੂ ਸਿੰਘ ਕਹਿਣ ਲੱਗੇ, ਆਖਣ ਲੱਗੇ ਦੁਸ਼ਟਾ ਹਾਲੇ ਤੈਨੂੰ ਸਮਝ ਨਹੀਂ ਆਈ, ਪੂਰੀ ਗੱਲ ਤੇਰੇ ਜੇਨ ਵਿੱਚ ਨਹੀਂ ਬੈਠੀ। ਸਾਡੇ ਜਿਹੜੇ ਕੇਸ ਨੇ ਨਾ ਖੋਪਰੀ ਦੇ ਨਾਲ ਰਹਿ ਗਏ, ਸਾਡੇ ਕੇਸ ਖੋਪਰੀ ਦੇ ਨਾਲ ਰਹਿ ਗਏ ਹਨ। ਤੇਰੇ ਦੋਨੇ ਸਵਾਲ ਝੂਠੇ ਨੇ, ਮੇਰੀ ਸਿੱਖੀ ਵੀ ਨਿਭ ਗਈ, ਮੇਰੇ ਕੇਸਾਂ ਦੀ ਬੇਅਦਬੀ ਤੂੰ ਨਹੀਂ ਕਰ ਸਕਿਆ, ਖੋਪਰ ਲਾ ਦਿੱਤਾ ਫਿਰ ਕੀ ਹੋਇਆ? ਤੂੰ ਇਹੀ ਕਿਹਾ ਸੀ ਨਾ ਵੀ ਤੇਰੇ ਬਾਲ ਮੈਂ ਜੁੱਤੀ ਨਾਲ ਲਾ ਦਿਆਂਗਾ, ਤੈਨੂੰ ਗੰਜਾ ਕਰ ਦਿਆਂਗਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਮੇਰੇ ਗੁਰੂ ਜੀ ਐਡੀ ਕਿਰਪਾ ਹੋਈ ਤੇਰੇ ਨਾਈ ਮੇਰੇ ਕੇਸ ਕਤਲ ਨਹੀਂ ਕਰ ਸਕੇ ਤੇ ਤੂੰ ਮੇਰੀ ਖੋਪਰੀ ਲਾ ਦਿੱਤੀ, ਮੇਰੀ ਖੋਪਰੀ ਕੇਸਾਂ ਦੇ ਨਾਲ ਰਹਿ ਗਈ। ਇਸ ਕਰਕੇ ਯਾਦ ਰੱਖ ਤੇਰੇ ਦੋਨੇ ਸਵਾਲ ਝੂਠੇ ਹਨ। ਤੇ ਦੂਸਰੀ ਗੱਲ ਮੇਰੀ ਦੇਹੀ ਵਿੱਚ ਸਵਾਸ ਨੇ, ਤੈਨੂੰ ਪਤਾ ਵੀ ਮੈਂ ਸਵਾਸ ਕਿਉਂ ਰੱਖੇ ਹੋਏ ਨੇ? ਜੇ ਜਾਣਾ ਹੁੰਦਾ ਤੇ ਮੈਂ ਹੁਣੇ ਚਲਾ ਜਾਂਦਾ ਸੱਚਖੰਡ ਨੂੰ, ਪਰ ਇਹ ਸਵਾਸ ਮੈਂ ਤੇਰੇ ਕਰਕੇ ਹੀ ਦੇਹੀ ਵਿੱਚ ਰੱਖੇ ਹੋਏ ਹਨ। ਮੈਂ ਨਾ ਜੁੱਤੀਆਂ ਮਾਰ ਮਾਰ ਕੇ ਤੈਨੂੰ ਆਪਣੇ ਨਾਲ ਮੂਹਰੇ ਲਾ ਕੇ ਲੈ ਕੇ ਜਾਵਾਂਗਾ। ਇਦਾਂ ਨਹੀਂ ਜਾਂਦਾ ਜ਼ਕਰੀਆ ਖਾਨ, ਜੋ ਤੂੰ ਕਰਨਾ ਸੀ ਕਰ ਲਿਆ, ਹੁਣ ਮੇਰੀ ਵਾਰੀ ਹੈ। ਮੈਂ ਆਪਣੀਆਂ ਜੁੱਤੀਆਂ ਦੇ ਮੂਹਰੇ ਜੁੱਤੀਆਂ ਮਾਰ ਮਾਰ ਕੇ ਤੈਨੂੰ ਲੈ ਕੇ ਜਾਵਾਂਗਾ। ਭਾਈ ਤਾਰੂ ਸਿੰਘ ਜੀ ਕਹਿੰਦੇ ਹਲੇ ਤੱਕ ਉਸਤਾਦ ਨਹੀਂ ਟੱਕਰਿਆ ਤੈਨੂੰ ਤਾਰੂ ਸਿੰਘ ਵਰਗਾ, ਅੱਜ ਤੈਨੂੰ ਤਾਰੂ ਸਿੰਘ ਵਰਗਾ ਉਸਤਾਦ ਟੱਕਰਿਆ, ਹੁਣ ਤੈਨੂੰ ਪਤਾ ਲੱਗੇਗਾ ਕਿ ਗੁਰੂ ਕੇ ਸਿੰਘ ਕੀ ਹੁੰਦੇ ਹਨ। ਤੈਨੂੰ ਹਕੀਕਤ ਰਾਏ ਦਾ ਤਾਂ ਖੂਨ ਪਚ ਗਿਆ, ਪਰ ਤਾਰੂ ਸਿੰਘ ਦਾ ਖੂਨ ਤੈਨੂੰ ਨਹੀਂ ਪਚੇਗਾ। ਜੁੱਤੀਆਂ ਮਾਰ ਮਾਰ ਕੇ ਤੈਨੂੰ ਆਪਣੇ ਨਾਲ ਅੱਗੇ ਲਾ ਕੇ ਲੈ ਕੇ ਜਾਵਾਂਗਾ, ਉੱਥੇ ਤੱਕ ਜੁੱਤੀਆਂ ਮਾਰਦਾ ਲੈ ਕੇ ਜਾਵਾਂਗਾ ਜਿੱਥੇ ਤੇਰਾ ਪੈਗੰਬਰ ਰਹਿੰਦਾ ਹੈ। ਜੁੱਤੀਆਂ ਮਾਰਦਾ ਉੱਥੇ ਲੈ ਕੇ ਜਾਵਾਂਗਾ, ਉੱਥੇ ਜਾ ਕੇ ਤੈਨੂੰ ਛੱਡਾਂਗਾ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਹੈ ਇਹੋ ਜਿਹਾ ਕੋਈ ਮਹਾਬਲੀ ਜਿਹੜਾ ਕਿਸੇ ਦੁਸ਼ਟ ਨੂੰ ਜੁੱਤੀਆਂ ਮਾਰ ਕੇ ਮੂਹਰੇ ਲੈ ਕੇ ਜਾਏ? ਇਹ ਭਾਈ ਤਾਰੂ ਸਿੰਘ ਸਨ, ਤਾਂ ਹੀ ਕਹਿੰਦੇ ਵੀ ਹਲੇ ਤੱਕ ਤੈਨੂੰ ਉਸਤਾਦ ਨਹੀਂ ਕੋਈ ਟੱਕਰਿਆ। ਤੇ ਭਾਈ ਸਾਹਿਬ ਕਹਿੰਦੇ ਜੇ ਤੈਨੂੰ ਹੁਣ ਮੈਂ ਇੱਥੇ ਛੱਡ ਕੇ ਚਲਾ ਜਾਵਾਂ, ਜੇ ਤੇਰੇ ਤੋਂ ਪਹਿਲਾਂ ਮੈਂ ਆਪਣਾ ਸਰੀਰ ਛੱਡ ਜਾਵਾਂ, ਤੂੰ ਤਾਂ ਫਿਰ ਆਪਣੇ ਆਪ ਨੂੰ ਬਲੀ ਕਹਾਣਾ ਸ਼ੁਰੂ ਕਰ ਦੇਂਗਾ ਵੀ ਮੇਰੇ ਵਰਗਾ ਤਾਂ ਸੰਸਾਰ ਵਿੱਚ ਕੋਈ ਹੈ ਹੀ ਨਹੀਂ। ਇੱਦਾਂ ਨਹੀਂ ਜਾਂਦਾ, ਤੈਨੂੰ ਮੂਹਰੇ ਲਾ ਕੇ ਲੈ ਕੇ ਜਾਵਾਂਗਾ ਤੇ ਤੈਨੂੰ ਇਸ ਤਰ੍ਹਾਂ ਮੈਂ ਤੇਰਾ ਪੈਗੰਬਰ ਦਿਖਾ ਕੇ ਨਾ ਉੱਥੇ ਛੱਡਾਂਗਾ। ਇਸ ਤਰ੍ਹਾਂ ਉਹਦੀ ਕਚਹਿਰੀ ਵਿੱਚ ਜਾ ਕੇ ਤੈਨੂੰ ਸੁੱਟਾਂਗਾ, ਦੱਸਾਂਗਾ ਵੀ ਇਹਨੇ ਆਹ ਕਰਤੂਤ ਕੀਤੀ ਹੈ, ਇਹਨੇ ਸਿੱਖਾਂ ਦਾ, ਬੱਚਿਆਂ ਦਾ, ਨੌਜਵਾਨਾਂ ਦਾ, ਬਜ਼ੁਰਗਾਂ ਦਾ, ਬੀਬੀਆਂ ਦਾ ਕਤਲ ਕੀਤਾ, ਸਾਂਭ ਇਹਨੂੰ, ਇਹਨੇ ਪਾਪ ਇਹਨੇ ਕੀਤੇ ਹਨ। ਜੇ ਕਿਤੇ ਕਚਹਿਰੀ ਵਿੱਚ ਤੇਰੇ ਪੀਰ ਪੈਗੰਬਰ ਵੀ ਤੇਰੀ ਸਫਾਤ ਭਰਨਗੇ, ਤੇਰੀ ਸਿਫਾਰਿਸ਼ ਕਰਨਗੇ, ਯਾਦ ਰੱਖੀ ਉਹ ਵੀ ਨਾਲ ਘੜੀਸੇ ਜਾਣਗੇ। ਜੇ ਉਹ ਤੇਰੀ ਜਾ ਕੇ ਗਵਾਹੀ ਭਰਨਗੇ ਨਾ, ਨਹੀਂ ਜੀ ਬੜਾ ਚੰਗਾ ਇਹ, ਤੇ ਤੇਰੇ ਨਾਲ ਨਾਲ ਉਹਨਾਂ ਨੂੰ ਵੀ ਘੜੀਸਿਆ ਜਾਵੇਗਾ, ਉਹ ਵੀ ਬਖਸ਼ੇ ਨਹੀਂ ਜਾਣਗੇ। ਭਾਈ ਤਾਰੂ ਸਿੰਘ ਜੀ ਕਹਿੰਦੇ ਹਕੀਕਤ ਰਾਏ ਨੂੰ ਮਾਰ ਕੇ ਤਾਂ ਬਚ ਗਿਆ, ਪਰ ਦੁਸ਼ਟਾ ਹੁਣ ਤੂੰ ਜਿਉਂਦਾ ਨਹੀਂ ਬਚੇਗਾ। ਜੇ ਤੇਰੇ ਪੀਰ ਪੈਗੰਬਰ ਵੀ ਤੇਰੀ ਬਾਹ ਫੜਨਗੇ ਨਾ, ਤੂੰ ਤਾਂ ਨਰਕਾਂ ਵਿੱਚ ਡਿੱਗਣਾ ਹੀ ਡਿੱਗਣਾ। ਤੇਰੇ ਨਾਲ ਤੇਰੇ ਪੀਰ ਪੈਗੰਬਰ ਵੀ ਨਰਕਾਂ 'ਚ ਜਾ ਕੇ ਡਿੱਗਣਗੇ ਜਿਹੜੇ ਤੇਰੀ ਬਾਹ ਫੜਨਗੇ। ਜਿਹੜਾ ਸਿਪਾਹੀ ਆਇਆ ਸੀ ਨਾ ਸੁਨੇਹਾ ਲੈ ਕੇ, ਭਾਈ ਤਾਰੂ ਸਿੰਘ ਜੀ ਕਹਿੰਦੇ ਜਾ ਚਲਿਆ ਜਾ ਕੇ ਜ਼ਕਰੀਆ ਖਾਨ ਨੂੰ ਕਹਿੰਦੇ ਹੁਣ ਤਕੜਾ ਹੋ ਜਾ, ਹੁਣ ਮਜ਼ਬੂਤ ਹੋ ਜਾ, ਖਾਲਸੇ ਨਾਲ ਤੇਰਾ ਪੰਜਾ ਲੱਗਿਆ ਹੈ। ਕਹਿੰਦੇ ਜਾ ਤੇਰਾ ਅੱਜ ਤੋਂ ਬਾਅਦ ਹਗਣਾ ਤੇ ਮੂਤਣਾ ਬੰਦ, ਹੁਣ ਤੇਰੀ ਦਹੀਂ ਨੂੰ ਰੋਗ ਲੱਗਣਗੇ।
ਤਿਆਰ ਹੋ ਜਾ, ਨਰਕਾਂ ਵਿੱਚ ਜਾਣ ਵਾਸਤੇ ਤੇਰਾ ਸਮਾਂ ਆ ਗਿਆ ਹੈ। ਮਾਰ ਜੁਗਮ ਤੋਂ ਪਹਿਲੇ ਲੈ ਜਾਉਂ। ਤੈਨੂੰ ਨਾਲ ਲੈ ਕੇ ਜਾਵਾਂਗਾ, ਪਹਿਲਾਂ ਤੂੰ ਜਾਏਗਾ, ਬਾਅਦ ਵਿੱਚ ਮੈਂ ਜਾਵਾਂਗਾ, ਤੇ ਜੁੱਤੀਆਂ ਮਾਰਦਾ ਮਾਰਦਾ ਤੈਨੂੰ ਮੂਹਰੇ ਲਾ ਕੇ ਲੈ ਕੇ ਜਾਵਾਂਗਾ। ਉਸਦੀ ਭਗਤ ਨਵਾਬ ਕੋ ਭਇਓ ਸੋ ਬੰਦ ਵਿਛਾਵ। ਸਾਧ ਸੰਗਤ ਇੱਕ ਸਾਧ ਬਚਨ ਅਟਲਾਦਾ, ਜੋ ਸਾਧੂ ਬੋਲਦਾ ਏ ਉਹਦੇ ਬਚਨ ਅਟਲ ਹੁੰਦੇ ਨੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਜਦੋਂ ਬਚਨ ਕਿਹਾ ਨਾ, ਇਹਨੂੰ ਬੰਨ ਪੈ ਗਿਆ। ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਹੈ। ਜੋ ਤੜਪੈ ਜਿਨ ਥਲ ਮੱਛੀ ਪਾਵਤ ਭਇਓ ਅਜਾਬ। ਜਿਵੇਂ ਮੱਛੀ ਪਾਣੀ ਵਿੱਚੋਂ ਬਾਹਰ ਨਿਕਲ ਕੇ ਤੜਫਦੀ ਹੈ ਨਾ, ਤੇ ਜਦੋਂ ਬੰਨ ਰੋਗ ਹੋ ਗਿਆ, ਇਹਨੂੰ ਜਲੋਦਰ ਦਾ ਰੋਗ ਵੀ ਕਹਿੰਦੇ ਨੇ। ਪਿਸ਼ਾਬ ਬੰਦ ਹੋ ਜਾਣਾ, ਪੇਟ ਵਿੱਚ ਪਾਣੀ ਭਰੀ ਜਾਂਦਾ, ਬੰਦਾ ਤੜਫਦਾ ਹੈ, ਤੇ ਜਲੋਦਰ ਰੋਗ ਹੋਣ ਦੇ ਨਾਲ ਮੱਛੀ ਦੇ ਵਾਂਗੂ ਤੜਫਣ ਲੱਗਾ ਹੈ। ਕਦੇ ਭੂਮ ਕਦੇ ਪਲੰਗਾ ਪਵੈ। ਕਦੇ ਭੂਮ ਧਰਤੀ ਤੇ ਲੰਮਾ ਪੈ ਜਾਂਦਾ ਹੈ, ਕਦੀ ਉੱਤੇ ਪਲੰਗ ਤੇ ਜਾ ਕੇ ਬਹਿ ਜਾਂਦਾ ਹੈ। ਕਦੀ ਟਿਕ ਕੇ ਬਹਿ ਜਾਂਦਾ, ਕਦੀ ਉੱਠਦਾ ਬਹਿ ਜਾਂਦਾ, ਉੱਠਦਾ ਬਹਿ ਜਾਂਦਾ ਹੈ। ਕਦੀ ਮੁੱਧਾ ਹੋ ਜਾਂਦਾ, ਕਦੀ ਉਲਟਾ ਲਟਕਦਾ ਹੈ। ਕਦੇ ਉੱਚੀ ਉੱਚੀ ਕੂਕਾਂ ਮਾਰਦਾ, ਬਚਾ ਲਓ ਕੋਈ ਮੈਨੂੰ ਰੱਖ ਲਓ, ਤੇ ਕਦੀ ਰੋ ਪੈਂਦਾ ਹੈ। ਫਿਰ ਮੁੱਲਾ ਕਾਜੀ ਆਦਿਕ ਜਿਹੜੇ ਉਹਨਾਂ ਨੂੰ ਪਾਸ ਬੁਲਾਇਆ ਹੈ, ਆਖਦਾ ਹੈ ਕਿ ਮੈਨੂੰ ਰਾਜੀ ਕਰੋ, ਮੇਰਾ ਇਲਾਜ ਕਰੋ, ਮੇਰਾ ਰੋਗ ਦੂਰ ਹੋ ਜਾਏ। ਇਸੇ ਪ੍ਰਕਾਰ ਜਿਹੜੀ ਕੁਰਾਨ ਮੌਜੂਦ ਹੈ, ਉਹਦੇ ਵਿੱਚੋਂ ਪੜ੍ਹ ਪੜ੍ਹ ਕੇ ਆਇਤਾਂ ਜਿਹੜੀਆਂ ਮੰਤਰ ਆਦਿਕ ਫੂਕਣ ਲੱਗੇ ਕਾਜੀ ਮੁੱਲੇ। ਕਹਿੰਦੇ ਜਿਉਂ-ਜਿਉਂ ਉਹ ਮੰਤਰ ਪੜ੍ਹਦੇ ਨੇ, ਤਿਉਂ-ਤਿਉਂ ਨਵਾਬ ਨੂੰ ਹੋਰ ਦੁੱਖ ਲੱਗਦਾ ਹੈ। ਆਹਾ, ਇਹ ਹੁੰਦੇ ਨੇ ਸ਼ਹੀਦ। ਇੱਕ ਜਿੰਦਾ ਸ਼ਹੀਦ ਸੀ ਭਾਈ ਤਾਰੂ ਸਿੰਘ, ਤੇ ਖਾਲਸਾ ਜੀ ਸ਼ਹੀਦ ਸਿੰਘ ਆ ਗਏ। ਕਿਹੜੇ ਸ਼ਹੀਦ ਸਿੰਘ ਹੁੰਦੇ ਨੇ? ਨੀਲਾ ਬਾਣਾ, ਸਰੀਰ ਤੇ ਨੀਲੇ ਰੰਗ ਦਾ ਬਾਣਾ ਧਾਰਨ ਕੀਤਾ, ਹੱਥ ਵੱਢ ਸੋਟੇ, ਵੱਡੇ ਵੱਡੇ ਸਲੋਤਰ ਜਿਹੜੇ ਸਨ ਹੱਥਾਂ ਦੇ ਵਿੱਚ ਫੜੇ ਹੋਏ ਸ਼ਹੀਦ ਸਿੰਘਾਂ ਨੇ। ਪਹੁੰਚ ਗਏ ਉੱਥੇ, ਸਿੰਘ ਦਾ ਬਚਨ ਹੋ ਗਿਆ ਨਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ, ਉਹਨਾਂ ਦੇ ਬਚਨਾਂ ਦੇ ਨਾਲ ਸ਼ਹੀਦ ਸਿੰਘ ਸੀ ਜਿਹੜੇ ਸਨ, ਉਹਨਾਂ ਨੇ ਆ ਕੇ ਜ਼ਕਰੀਆ ਖਾਨ ਨੂੰ ਘੇਰਾ ਪਾ ਲਿਆ। ਨੀਲੇ ਰੰਗ ਦਾ ਬਾਣਾ ਤੇ ਹੱਥ ਦੇ ਵਿੱਚ ਸੋਟੇ ਫੜ ਲਏ। ਇਹ ਸ਼ਹੀਦ ਸਿੰਘਾਂ ਦਾ ਬਾਣਾ ਹੈ। ਮਹਾਰਾਜ ਕਲਗੀਧਰ ਜੀ ਨੇ ਇਹ ਬਾਣਾ ਆਪਣੀਆਂ ਫੌਜਾਂ ਨੂੰ ਬਖਸ਼ਿਸ਼ ਕੀਤਾ ਹੋਇਆ ਹੈ, ਤੇ ਸ਼ਹੀਦ ਸਿੰਘ ਵੀ ਇਹੀ ਬਾਣਾ ਧਾਰਨ ਕਰਦੇ, ਤਾਂ ਹੀ ਗੁਰੂ ਘਰ ਵਿੱਚ ਪੁਰਾਤਨ ਨਿਸ਼ਾਨ ਨੀਲੇ ਰੰਗ ਦੇ ਹੋਇਆ ਕਰਦੇ ਸਨ। ਇਹ ਸ਼ਹੀਦੀ ਤੇ ਸ਼ਹੀਦ ਸਿੰਘਾਂ ਦਾ ਸੂਰਮਤਾਈ ਦਾ ਰੰਗ ਹੈ। ਖਾਲਸਾ ਜੀ ਸ਼ਰਦਾਈ ਰਗੜਨ ਵਾਲਾ, ਸ਼ਹੀਦੀ ਦੇਗਾ ਰਗੜਨ ਵਾਲਾ ਮੋਟਾ ਜਿਹੜਾ ਸਲੋਤਰ ਹੁੰਦਾ ਹੈ ਨਾ, ਉਹ ਸ਼ਹੀਦ ਸਿੰਘਾਂ ਨੇ ਹੱਥ ਦੇ ਵਿੱਚ ਫੜਿਆ ਹੋਇਆ ਹੈ। ਕਹਿੰਦੇ ਲਿਆ ਕੇ ਜ਼ਕਰੀਆ ਖਾਨ ਨੂੰ ਸਲੋਤਰ ਫੇਰਦੇ ਨੇ ਉਹਨੂੰ, ਉਹ ਸੱਜੇ ਖੱਬੇ ਭਜਦਾ, ਜਿੱਧਰ ਜਾਂਦਾ ਦੇ ਸਲੋਤਰ ਤੇ ਸਲੋਤਰ। ਜ਼ਕਰੀਆ ਖਾਨ ਨੂੰ ਜੁੱਤੀਆਂ ਪੈਂਦੀਆਂ ਨੇ। ਉਹ ਕਾਜੀ ਮੁਲਾਣਿਆਂ ਨੂੰ ਸਮਝ ਨਹੀਂ ਆਉਂਦੀ ਵੀ ਚੱਕਰ ਕੀ ਹੈ। ਉਹ ਜਿਹੜੇ ਕਾਜੀ ਮੁਲਾਣੇ ਨੇ ਉਹ ਤਾਂ ਮੰਤਰ ਪੜ੍ਹਦੇ ਨੇ, ਇੱਧਰ ਜਿਹੜਾ ਇਹ ਜ਼ਕਰੀਆ ਖਾਨ ਉਹ ਆਪਣੇ ਪੀਰ ਪੈਗੰਬਰਾਂ ਨੂੰ ਧਿਆਉਂਦਾ ਹੈ। ਜਿਉਂ-ਜਿਉਂ ਉਹ ਪੈਗੰਬਰ ਨੂੰ ਧਿਆਉਂਦਾ ਹੈ, ਜਿਉਂ-ਜਿਉਂ ਕਾਜੀ ਮੁਲਾਣੇ ਫੂਕਾਂ ਮਾਰਦੇ ਨੇ ਮੰਤਰ ਪੜ੍ਹ ਪੜ੍ਹ ਕੇ, ਤੇ ਤਿਉਂ-ਤਿਉਂ ਸ਼ਹੀਦ ਸਿੰਘ ਉਹਨੂੰ ਸੋਟਾ ਫੇਰਦੇ, ਸਲੋਤਰ ਫੇਰਦੇ ਹਨ। ਆਖਣ ਲੱਗੇ ਉਹ ਦੁਸ਼ਟਾ ਚੱਲ ਅੱਗੇ ਲੱਗ ਕੇ ਤੁਰ ਪੈ, ਬੜੇ ਪਾਪ ਕਰ ਲਏ ਹਨ। ਇਸ ਤਰ੍ਹਾਂ ਨਵਾਬ ਦੀ ਦਸ਼ਾ ਉਹਨਾਂ ਕਰ ਦਿੱਤੀ। ਸ਼ਹੀਦ ਸਿੰਘ ਕੇਵਲ ਨਵਾਬ ਨੂੰ ਹੀ ਨਜ਼ਰ ਆ ਰਹੇ ਹਨ। ਵੱਡੇ ਵੱਡੇ ਦਮਾਲੇ ਸਜਾਏ ਨੀਲੇ ਰੰਗ ਦੇ ਸੀਸ ਉੱਪਰ, ਵਿੱਚ ਕਰਦਾਂ ਲੱਗੀਆਂ ਹੋਈਆਂ। ਜਿਵੇਂ ਨਿਹੰਗ ਸਿੰਘ ਵੇਖੇ ਨਾ ਦਮਾਲੇ ਵਿੱਚ ਕਿੰਨੇ ਸ਼ਸਤਰ ਹੁੰਦੇ ਉਹਨਾਂ ਦੇ, ਉਹ ਸਜਾਵਟ ਵਾਸਤੇ ਨਹੀਂ ਹੁੰਦੀ, ਲੋੜ ਪੈਣ ਤੇ ਚਲਾਉਂਦੇ ਵੀ ਨੇ। ਅੱਜ ਤਾਂ ਕੇਵਲ ਸਜਾਵਟ ਬਣ ਕੇ ਰਹਿ ਗਈ ਨਾ। ਇੰਨੇ ਕੁ ਸ਼ਸਤਰ ਦਮਾਲੇ ਵਿੱਚ ਲਾਏ ਹੁੰਦੇ ਸਨ ਵੀ ਜਦੋਂ ਜੰਗ ਕਰਦੇ ਸਨ, ਜੇ ਕਿਤੇ ਤਲਵਾਰ ਵੀ ਵੱਜ ਜਾਣੀ ਤੇ ਦਮਾਲਾ ਨਹੀਂ ਸੀ ਕੱਟ ਹੁੰਦਾ, ਉਹਨਾਂ ਦੇ ਸੀਸ ਜਿਹੜਾ ਸੀ, ਸੀਸ ਨੂੰ ਨੁਕਸਾਨ ਨਹੀਂ ਸੀ ਪਹੁੰਚਦਾ। ਚੱਕਰ ਵੀ ਹੁੰਦੇ ਸੀ, ਸ਼ਸਤਰ ਵੀ ਹੁੰਦੇ ਸੀ, ਤੇ ਜਿਹੜਾ ਤੋੜਾ ਆਦਿਕ ਪਾਇਆ ਹੁੰਦਾ ਸੀ ਵਿੱਚ, ਤੇ ਇੱਥੇ ਦਮਾਲਾ ਕਿੱਥੇ ਹਿੱਲ ਜਾਣਾ ਉਹਨਾਂ ਦਾ। ਤੇ ਕਹਿੰਦੇ ਨੀਲੇ ਰੰਗ ਦੇ ਦਮਾਲੇ, ਸੀਸ ਦੇ ਵਿੱਚ ਕਰਦਾਂ ਪਾਈਆਂ ਹੋਈਆਂ, ਤੇ ਚੱਕਰ ਜਿਹੜੇ ਨੇ ਚੱਕਰ ਫੜ ਕੇ ਹੱਥ ਦੇ ਵਿੱਚ ਘੁਮਾਉਂਦੇ ਹਨ। ਸਿੰਘਾਂ ਦਾ ਇਹੋ ਜਿਹਾ ਸ਼ਹੀਦ ਸਿੰਘਾਂ ਦਾ ਸਰੂਪ ਵੇਖ ਕੇ ਨਵਾਬ ਥਰ ਥਰ ਕੰਬਦਾ ਹੈ।
ਬਾਰ-ਬਾਰ ਆਪਣੇ ਪੈਗੰਬਰ ਦਾ ਨਾਮ ਮੁਖ ਤੋਂ ਜਪਦਾ ਹੈ। ਕਰ ਹਜ਼ਰਾਇਤ ਮੰਗਾਵੇ ਪੀਰ। ਸਾਧ ਸੰਗਤ ਜੀ ਉਸੇ ਵਕਤ ਹਜ਼ਰਾਤ ਕਰਕੇ ਕਹਿੰਦੇ ਪੀਰ ਮੰਗਾਉਂਦਾ ਹੈ। ਕੌਣ? ਜਿਹੜੇ ਕਾਜੀ ਮੁਲਾਣੇ ਸਨ, ਹਜ਼ਰਾਤ ਕਰਕੇ ਪੀਰ ਮੰਗਾਉਂਦੇ ਹਨ ਆਪਣੇ। ਦੇਖ ਭੁਜੰਗਨ ਹੋਏ ਜਾਏ ਤਕੀਰ। ਜਦੋਂ ਭੁਜੰਗੀ ਨਿਹੰਗ ਸਿੰਘਾਂ ਨੂੰ, ਸ਼ਹੀਦ ਸਿੰਘਾਂ ਨੂੰ ਵੇਖਦੇ ਹੋ ਵੀ ਰਫੂ ਚੱਕਰ ਹੋ ਜਾਂਦੇ ਉਤੋਂ। ਜਿਵੇਂ ਕਈਆਂ ਪੀਰ ਵਸ ਕੀਤੇ ਹੁੰਦੇ ਨਾ, ਅੱਜ ਕੱਲ੍ਹ ਵੀ ਇਹੋ ਜਿਹੇ ਕਈ ਬੈਠੇ ਵੀ ਅਸਾਂ ਫਲਾਣਾ ਟਮਕਾਣਾ ਪੀਰ ਵਸ ਕੀਤਾ, ਉਦੋਂ ਵੀ ਬੜੇ ਇਦਾਂ ਦੇ ਸਨ। ਉਹ ਕਾਜੀ ਮੁਲਾਣੇ ਕਹਿੰਦੇ ਆਪਣੇ ਪੀਰ ਫਕੀਰ ਜਿਹੜੇ ਨੇ ਆਦਿਕ ਉਹਨਾਂ ਨੂੰ ਪੀਰਾਂ ਫਕੀਰਾਂ ਨੂੰ ਭੂਤਾਂ ਨੂੰ ਬੁਲਾਉਂਦੇ ਨੇ ਵੀ ਖਹਿੜਾ ਛਡਾਓ ਇਹਨਾਂ ਦਾ, ਵੀ ਕੋਈ ਗੁਪਤ ਸ਼ਕਤੀ ਗੈਬੀ ਸ਼ਕਤੀ ਨਾ ਹੋਵੇ। ਤੇ ਕਹਿੰਦੇ ਜਦੋਂ ਆਉਂਦੇ ਨਾ ਤੇ ਮੂਹਰੇ ਸਿੰਘ ਖੜੇ ਹੁੰਦੇ ਸ਼ਹੀਦ ਸਿੰਘ, ਤਾਂ ਸ਼ਹੀਦ ਸਿੰਘਾਂ ਨੂੰ ਵੇਖ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ, ਭੱਜ ਜਾਂਦੇ ਹਨ। ਤੋਹਰਾ ਪੀਰ ਪੈਗੰਬਰ ਜਿਸ ਜਪੈ ਸੋਈ ਆਵੇ ਧਾਏ। ਕਹਿੰਦੇ ਹਨ ਕਿ ਕਾਜੀ ਮੁਲਾਣੇ ਤੇ ਆ ਜਿਹੜਾ ਨਵਾਬ ਜ਼ਕਰੀਆ ਖਾਨ ਜਿਸ ਵੀ ਪੀਰ ਪੈਗੰਬਰ ਨੂੰ ਜਪਦਾ ਹੈ ਨਾ, ਉਸੇ ਵਕਤ ਉਹ ਦੌੜ ਕੇ ਆਉਂਦੇ ਵੀ ਸਾਡਾ ਸੇਵਕ ਸਾਨੂੰ ਯਾਦ ਕਰਦਾ, ਅਸੀਂ ਉਹਨੂੰ ਬਚਾਉਣਾ ਹੈ। ਚੱਕਰ ਕਟਾਰੀ ਕਰਦ ਸੋ ਮਾਰ ਸ਼ਹੀਦ ਦੇ ਨਠਾਏ। ਉਸੇ ਵਕਤ ਚੱਕਰ ਕਟਾਰੀਆਂ ਕਰਦ ਸ਼ਸਤਰ ਲੈ ਕੇ ਨਾ ਸ਼ਹੀਦ ਸਿੰਘ ਉਹਨਾਂ ਨੂੰ ਮਾਰ ਦਿੰਦੇ ਨੇ, ਤੇ ਉਹ ਫਿਰ ਡਰਦੇ ਮਾਰੇ ਉੱਥੋਂ ਭੱਜ ਜਾਂਦੇ। ਜਿੱਥੇ ਸ਼ਹੀਦ ਸਿੰਘ ਹੋਣ ਉੱਥੇ ਕਿਸੇ ਦਾ ਵਸ ਨਹੀਂ ਚੱਲਦਾ। ਬੜੇ ਪੀਰ ਪੈਗੰਬਰ ਆਉਂਦੇ ਪਰ ਸ਼ਹੀਦ ਸਿੰਘਾਂ ਦੀ ਮਾਰ ਤੋਂ ਡਰਦੇ ਮਾਰੇ ਨੱਠ ਜਾਂਦੇ ਹਨ। ਪੀਰ ਪੈਗੰਬਰ ਦੇਖੇ ਜਾਤੇ। ਸਾਧ ਸੰਗਤ ਜੀ ਜਿੰਨੇ ਵੀ ਪੀਰ ਪੈਗੰਬਰ ਨੇ, ਕਹਿੰਦੇ ਨਵਾਬ ਨੇ ਅੱਖਾਂ ਨਾਲ ਵੇਖਿਆ ਵੀ ਸਾਰੇ ਉਹਨੂੰ ਛੱਡ ਕੇ ਭੱਜ ਗਏ ਹਨ। ਜਿੰਨੇ ਵੀ ਕਾਜੀ ਮੁਲਾਣੇ ਸਨ, ਸਾਰਿਆਂ ਦੀ ਆਸ ਜਿਹੜੀ ਸੀ ਨਾ ਮਨ ਵਿੱਚੋਂ ਕੱਢ ਦਿੱਤੀ ਜ਼ਕਰੀਆ ਖਾਨ ਨੇ। ਹੁਣ ਨਵਾਬ ਤਾਂ ਪਹਿਲਾਂ ਆਸ ਲਾ ਕੇ ਬੈਠਾ ਸੀ ਮੇਰੀ ਮਦਦ ਕਰਨਗੇ, ਪਰ ਉਹਨੇ ਮਨ ਵਿੱਚੋਂ ਆਸ ਚੁਕਾ ਦਿੱਤੀ ਹੈ। ਹੁਣ ਜਦੋਂ ਨਵਾਬ ਦੇ ਸਾਰੇ ਰਸਤੇ ਬੰਦ ਹੋ ਗਏ, ਵੈਦ ਇਲਾਜ ਨਾ ਕਰ ਸਕੇ, ਕਾਜੀ ਮੁਲਾਣੇ ਨਜ਼ੂਮੀ ਵੈਦ ਨਾ ਉਹਦਾ ਇਲਾਜ ਨਾ ਕਰ ਸਕੇ, ਫਿਰ ਮਨ ਵਿੱਚ ਸੋਚਿਆ ਵੀ ਭਾਈ ਤਾਰੂ ਸਿੰਘ ਦੇ ਬਚਨ ਨੇ, ਲੱਗਦਾ ਵੀ ਸ਼ਰਾਪ ਲੱਗ ਗਿਆ ਭਾਈ ਤਾਰੂ ਸਿੰਘ ਦਾ। ਫਿਰ ਉਹਨੇ ਖਾਲਸੇ ਦੀ ਆਸ ਆਪਣੇ ਮਨ ਦੇ ਵਿੱਚ ਤੱਕੀ ਹੈ। ਕਹਿੰਦੇ ਜਦੋਂ ਕਿਸੇ ਬੰਦੇ ਦੇ ਸਿਰ ਤੇ ਕਿਸੇ ਪ੍ਰਕਾਰ ਦਾ ਦੁੱਖ ਆਉਂਦਾ ਹੈ, ਉਹਨੂੰ ਸਾਰੇ ਧੰਦੇ ਬੁਰੇ ਲੱਗਦੇ ਨੇ। ਸਿੰਘਾਂ ਦਾ ਕਤਲ ਕਰਨਾ ਇਹਨੂੰ ਬੜਾ ਚੰਗਾ ਲੱਗਦਾ ਸੀ, ਸ਼ੌਂਕ ਨਾਲ ਲੱਗਦਾ ਸੀ। ਅੱਜ ਉਹ ਕੰਮ ਮਾੜਾ ਲੱਗਣ ਲੱਗ ਗਿਆ, ਸਿੰਘ ਚੰਗੇ ਲੱਗਣ ਲੱਗ ਪਏ ਵੀ ਮੈਂ ਜਾ ਕੇ ਸਿੰਘਾਂ ਨੂੰ ਬੇਨਤੀ ਕਰਾਂ, ਕਿਰਪਾ ਕਰੋ ਵੀ ਮੇਰਾ ਰੋਗ ਜਿਹੜਾ ਨਿਵਰਤ ਹੋ ਜਾਵੇ। ਸਾਧ ਸੰਗਤ ਜੀ ਕਹਿੰਦੇ ਹਨ ਕਿ ਮਨੁੱਖ ਜਿਹੜਾ ਹੈ ਇਹ ਕਦੋਂ ਪੀਰਾਂ ਫਕੀਰਾਂ ਦੇ ਕੋਲ ਆਉਂਦਾ ਹੈ? ਜਦੋਂ ਦੁਖੀ ਹੁੰਦਾ ਹੈ। ਉਂਝ ਤਾਂ ਨਹੀਂ ਕੋਈ ਵੜਦਾ ਗੁਰਦੁਆਰੇ, ਇਹੀ ਹੈ ਨਾ, ਗੁਰਦੁਆਰੇ ਤਾਂ ਉਦੋਂ ਹੀ ਵੜਦਾ ਨਾ ਬੰਦਾ ਜਦੋਂ ਲੋੜ ਹੋਵੇ। ਤਿੰਨ ਤਰ੍ਹਾਂ ਦੇ ਬੰਦੇ ਆਉਂਦੇ ਰੱਬ ਦੇ ਘਰ ਵਿੱਚ, ਇੱਕ ਧਨ ਮੰਗਣ ਵਾਲੇ, ਇੱਕ ਜਿਨ੍ਹਾਂ ਨੂੰ ਰੋਗ ਹੋਵੇ, ਦੁਖੀ ਹੋਵਣ, ਉਹ ਆਉਂਦੇ। ਤੀਜੇ ਪਤਾ ਕੌਣ ਆਉਂਦੇ ਨੇ? ਤੀਜੇ ਕੌਣ ਆਉਂਦੇ ਨੇ? ਤੀਜੇ ਉਹ ਲੋਕ ਆਉਂਦੇ ਨੇ ਜਿਹੜੇ ਸੁੱਖ ਦੀ ਖੈਰ ਮੰਗਣ ਆਉਂਦੇ ਵੀ ਰੱਬਾ ਸੁੱਖ ਦਿੱਤਾ ਕਿਤੇ ਖੋ ਨਾ ਲਈ। ਤੀਜੇ ਉਹ ਹੁੰਦੇ ਨੇ। ਰੱਬ ਨੂੰ ਧਿਆਉਣ ਵਾਲੇ ਤਾਂ ਵਿਰਲੇ ਵਿਰਲੇ ਹੀ ਹੁੰਦੇ ਨੇ, ਕੋਈ ਵਿਰਲਾ ਵਿਰਲਾ। ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕਈ ਕੇ, ਵਿਰਲੇ ਵਿਰਲੇ ਹੁੰਦੇ ਨੇ। ਸਾਡੇ ਵਿੱਚ ਕਰੀਬਨ ਭਾਵੇਂ ਮੈਂ ਹੀ ਆ, ਭਾਵੇਂ ਕੋਈ ਹੋਰ ਹੈ, ਕੋਈ ਦੁੱਖ ਕਰਕੇ ਆਉਂਦਾ, ਕਿਸੇ ਕੋਲ ਧਨ ਕੋਈ ਨਹੀਂ, ਧਨ ਲੈਣ ਦੁੱਧ ਪੁੱਤਰ ਲੈਣ ਆਉਂਦਾ, ਤੇ ਤਕਰੀਬਨ ਲੋਕ ਰੱਬ ਦੇ ਕੋਲ ਇਸ ਕਰਕੇ ਆਉਂਦੇ ਵੀ ਕਿਤੇ ਸਾਡੇ ਕੋਲ ਦਿੱਤੇ ਹੋਏ ਸੁੱਖ ਨਾ ਰੱਬ ਦੁਬਾਰਾ ਖੋਹ ਲਏ। ਬਹੁਤੇ ਲੋਕ ਆਪਣੇ ਸੁੱਖ ਦੀ ਖੈਰ ਮੰਗਣ ਆਉਂਦੇ ਨੇ। ਰੱਬ ਨੂੰ ਰੱਬ ਸਮਝਣ ਵਾਲੇ ਦੁਨੀਆ ਦੇ ਵਿੱਚ ਵਿਰਲੇ ਵਿਰਲੇ ਹੁੰਦੇ ਨੇ, ਜਿਹੜੇ ਰੱਬ ਦੇ ਗੁਲਾਮ ਬਣ ਕੇ ਵਾਕਿਆ ਉਹ ਰੱਬ ਦੇ ਘਰ ਵਿੱਚ ਰੱਬ ਨੂੰ ਰੱਬ ਸਮਝ ਕੇ ਆਉਂਦੇ ਨੇ। ਮੈਂ ਲੋਕਾਂ ਦੀ ਬਿਰਤੀ ਬਦਲਦੀ ਵੇਖੀ, ਪਲ ਪਲ ਵਿੱਚ ਲੋਕਾਂ ਦੀ ਸੁਰਤ ਬਦਲਦੀ ਵੇਖੀ ਹੈ। ਪਲ ਪਲ ਵਿੱਚ ਕੀ, ਕਦੇ ਕੀ, ਕਦੇ ਕੀ, ਇਹੋ ਜਿਹੀ ਦ੍ਰਿਸ਼ਟੀ ਲੋਕਾਂ ਦੀ ਬਣ ਗਈ। ਕਦੇ ਕੀ ਬਣ ਜਾਂਦੇ, ਕਦੇ ਕੀ ਬਣ ਜਾਂਦੇ ਨੇ। ਜਿਸ ਮਨੁੱਖ ਦੀ ਇਹੋ ਜਿਹੀ ਬਿਰਤੀ ਬਣਦੀ ਰਹਿੰਦੀ ਹੈ ਤੇ ਉਹ ਜਾਂ ਤਾਂ ਪਖੰਡੀ ਹੋ ਸਕਦਾ ਤੇ ਜਾਂ ਕੇਵਲ ਉਹ ਰੱਬ ਦੇ ਘਰ ਦੇ ਵਿੱਚ ਸੁੱਖ ਦੀ ਖੈਰ ਮੰਗਣ ਆਉਂਦਾ ਹੈ, ਤੇ ਜਾਂ ਫਿਰ ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਆਉਂਦਾ। ਹੋਰ ਕੋਈ ਹੋਰ ਲਾਲਸਾ ਨਹੀਂ ਹੁੰਦੀ ਬੰਦੇ ਦੇ ਮਨ ਦੇ ਵਿੱਚ। ਠੀਕ ਹੈ ਵੀ ਗੁਰਦੁਆਰੇ ਜਾਈਏ, ਕੰਮ ਤੇ ਜਾਣਾ, ਮੱਥਾ ਟੇਕ ਜਾਈਏ, ਕਿਤੇ ਰੱਬ ਗੁੱਸੇ ਨਾ ਹੋ ਜਾਏ ਵੀ ਤੂੰ ਗੁਰਦੁਆਰੇ ਨਹੀਂ ਆਇਆ। ਜੇ ਤੇਰੇ ਭਾਗਾਂ ਵਿੱਚ ਸੁੱਖ ਹੈ ਤੇ ਨਾ ਵੀ ਆਏਗਾ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਣਾ। ਜਦੋਂ ਤੇਰੇ ਕਰਮ ਜਿਹੜੇ ਮੁੱਕ ਗਏ ਉਦੋਂ ਫਿਰ ਦੁੱਖ ਆ ਜਾਣਾ,
ਫਿਰ ਰੱਬ ਨੂੰ ਚੇਤੇ ਕਰੇਗਾ। ਹਾਂ, ਜੇ ਤੇਰੇ ਕਰਮਾਂ 'ਚ ਦੁੱਖ ਲਿਖਿਆ, ਜੇ ਰੱਬ ਨੂੰ ਚੇਤੇ ਕਰੇਗਾ ਤੇ ਤੈਨੂੰ ਇੰਨੀ ਸਜ਼ਾ ਨਹੀਂ ਮਿਲੇਗੀ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇ ਤੇ ਮਿਲੈ ਸਜਾਏ। ਕੰਮ ਪੈਣ ਤੇ ਆ ਗਿਆ, ਅੜ ਗਿਆ ਕੰਮ, ਫਿਰ ਅਰਦਾਸ ਕਰਦਾ ਜੀ ਵਿਘਨ ਨਾ ਕਊ ਲਾਗਤਾ, ਵੀ ਰੱਬ ਤਾਂ ਅਰਦਾਸ ਕਰੀਏ ਤੇ ਵਿਘਨ ਨਹੀਂ ਲੱਗਣ ਦਿੰਦਾ। ਉਂਝ ਰੱਬ ਨੂੰ ਕੋਈ ਪੁੱਛਦਾ ਹੀ ਨਹੀਂ। ਫਿਰ ਤਾਂ ਗੁਰਦੁਆਰੇ ਦੇ ਮੂਹਰਿਓਂ ਵੀ ਲੰਘ ਜਾਂਦੇ ਨੇ, ਸਮਾਂ ਹੀ ਨਹੀਂ ਹੁੰਦਾ ਸਾਡੇ ਕੋਲ, ਇੰਨਾ ਮਨੁੱਖ ਬਿਜ਼ੀ ਹੋ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਥੇ ਭਾਈ ਰਤਨ ਸਿੰਘ ਜੀ ਲਿਖਦੇ, ਦੀਨ ਬਦੀਨ ਪੀਰ ਗੁਰ ਜੇਤੇ। ਦੁਨੀਆ ਦੇ ਵਿੱਚ ਜਿੰਨੇ ਵੀ ਪੀਰ ਫਕੀਰ ਗੁਰੂ ਆਦਿਕ ਹਨ, ਦੁਖੀ ਲੋਕ ਸੇਵਕ ਹੈ ਕੇਤੇ। ਜਿੰਨੇ ਦੁਖੀ ਲੋਕ ਨੇ ਜਾ ਕੇ ਉਹਨਾਂ ਦੀ ਸੇਵਾ ਕਰਦੇ ਹਨ। ਜਿਨ ਤੇ ਕੁਛ ਭਲੋ ਨਾ ਹੋਏ। ਹੁਣ ਜਿਨ੍ਹਾਂ ਦੇ ਕੋਲੋਂ ਉਹਨਾਂ ਦਾ ਭਲਾ ਨਹੀਂ ਹੁੰਦਾ, ਸੇਵਕ ਲੋਕ ਹੋਰਨ ਤੇ ਕੋਏ। ਫਿਰ ਜਿਹੜੇ ਲੋਕ ਆਣ ਫਿਰ ਉਹ ਹੋਰ ਜਾ ਕੇ ਹੋਰਾਂ ਦੀ ਸੇਵਾ 'ਚ ਲੱਗ ਜਾਂਦੇ ਨੇ, ਵੀ ਜੇ ਇੱਕ ਕੋਲੋਂ ਕੰਮ ਨਹੀਂ ਹੋਇਆ ਦੂਜੇ ਕੋਲ ਉਹ ਪੂਰਾ ਹੋਏਗਾ, ਉਹਦੇ ਕੋਲ ਜਾ ਵੜਦੇ ਨੇ। ਦੂਜੇ ਕੋਲੋਂ ਕੰਮ ਪੂਰਾ ਨਹੀਂ ਹੋਇਆ, ਤੀਜੇ ਕੋਲ ਜਾ ਵੜਦੇ, ਵੀ ਆਹ ਬਾਬਾ ਕੱਚਾ, ਫਿਰ ਉਹ ਕੱਚਾ, ਫਿਰ ਉਹ ਕੱਚਾ। ਜਦੋਂ ਮਨਸਾ ਪੂਰੀ ਨਹੀਂ ਹੁੰਦੀ ਤੇ ਫਿਰ ਰੋਜ਼ ਰੱਬ ਵੀ ਬਦਲਦੇ ਨੇ, ਤੇ ਰੋਜ਼ ਮਨੁੱਖ ਪੀਰਾਂ ਫਕੀਰਾਂ ਨੂੰ ਵੀ ਬਦਲਦਾ ਹੈ, ਢੋਂਗੀਆਂ ਨੂੰ ਵੀ ਬਦਲਦਾ ਰਹਿੰਦਾ, ਵੀ ਆਹ ਬਾਬੇ ਦੀ ਕਲਾਮ ਨਹੀਂ ਚੱਲੀ, ਵੀ ਅਗਲੇ ਕੋਲ ਚੱਲਨੇ ਆ, ਉਹ ਕੋਈ ਵੱਡਾ ਜਿਹਾ ਮੰਤਰ ਚਲਾ ਦੇਗਾ। ਭਾਵ ਇਹੀ ਹੈ ਨਾ ਵੀ ਇਹੋ ਜਿਹੀ ਬਿਰਤੀ ਮਨੁੱਖ ਦੀ ਬਣ ਗਈ ਵੀ ਇਹ ਕੱਚਾ ਤੇ ਅਗਲੇ ਤੋਂ ਤੁਰ ਪਾਓ। ਔਰ ਮੈਂ ਇੱਕ ਗੱਲ ਦਾਅਵੇ ਨਾਲ ਤੁਹਾਨੂੰ ਕਹਿਣਾ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਲੜ ਫੜ ਲਓ ਇਹਨਾਂ ਦਾ। ਕੋਈ ਪੂਰਨ ਮਹਾਂਪੁਰਸ਼ ਹੋਵੇ, ਉਹਦੇ ਕੋਲੋਂ ਸਿੱਖੀ ਦਾ ਨਾਮ ਦਾ ਉਪਦੇਸ਼ ਲੈ ਲਓ, ਤੁਹਾਡਾ ਭਲਾ ਹੋ ਜਾਏਗਾ। ਜਿਹੜੇ ਆਪਣੀਆਂ ਦੁਕਾਨਾਂ ਬਣਾ ਕੇ ਬੈਠੇ ਨਾ ਵੀ ਆਹ ਕਰ ਲਓ, ਆਹ ਕਰ ਲਓ, ਇਹ ਤੁਹਾਡਾ ਬੇੜਾ ਡੁੱਬਣਗੇ। ਉਹਨਾਂ ਦਾ ਆਪਣਾ ਤਾਂ ਡੁੱਬਿਆ, ਤੁਹਾਡਾ ਵੀ ਡੁੱਬਣਗੇ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਤੁਹਾਡਾ ਭਲਾ ਹੋਵੇਗਾ। ਇਸ ਕਰਕੇ ਦੋ ਪੁਰਸ਼ ਸੰਸਾਰ ਵਿੱਚ, ਪਹਿਲਾ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੂਸਰੇ ਬੰਦਗੀ ਵਾਲੇ ਮਹਾਂਪੁਰਖ ਗੁਰੂ ਦੇ ਸਿੱਖ। ਇਹਨਾਂ ਦੀ ਸ਼ੋਭਤ ਵਿੱਚ ਸੰਗਤ ਵਿੱਚ ਬੈਠੋ ਤੇ ਗੁਰੂ ਗ੍ਰੰਥ ਸਾਹਿਬ ਦਾ ਲੜ ਫੜੋ ਤੇ ਮਨੁੱਖ ਦਾ ਭਲਾ ਹੋ ਜਾਏਗਾ। ਸਮਾਂ ਲੱਗਦਾ ਹੈ, ਕਰਮ ਦਾ ਗੇੜ ਹੁੰਦਾ ਹੈ, ਸਭ ਕੁਝ ਉਤਾਂਹ ਠਾਂ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ। ਕੋਈ ਬੰਦਾ ਤੁਹਾਡੀ ਕਿਸਮਤ ਨਹੀਂ ਬਦਲ ਸਕਦਾ, ਕੋਈ ਬੰਦਾ ਜਿਹੜਾ ਹੈ ਤੁਹਾਡੇ ਕਰਮ ਨਹੀਂ ਬਦਲ ਸਕਦਾ, ਕਿਸਮਤ ਨਹੀਂ ਬਦਲ ਸਕਦਾ। ਇੱਕ ਦਿਨ ਤੁਹਾਨੂੰ ਸਾਖੀ ਸੁਣਾਈ ਸੀ, ਮਹਾਰਾਜ ਕਲਗੀਧਰ ਜੀ ਕਹਿੰਦੇ ਜਿਸ ਦਿਨ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਮੱਥਾ ਰੱਖ ਦਿਓਗੇ, ਉਹਨਾਂ ਭਾਵਨਾ ਨਾਲ ਤੁਹਾਡੇ ਲੇਖ ਆਪੇ ਬਦਲ ਜਾਣਗੇ, ਕਿਉਂਕਿ ਲੇਖ ਬਦਲਣ ਦੀ ਸਮਰੱਥਾ ਤੁਹਾਡਾ ਗੁਰੂ ਰੱਖਦਾ ਹੈ, ਕੋਈ ਪਖੰਡੀ ਬਾਬਾ ਨਹੀਂ ਰੱਖਦਾ। ਪੰਜਾਬ ਦੇ ਵਿੱਚ ਸਾਡੇ ਇਲਾਕਿਆਂ ਵਿੱਚ ਵੀ ਬੜੀ ਭਰਮਾਰ ਹੈ, ਅਸੀਂ ਵੀ ਤੁਰੇ ਫਿਰਨੇ ਆ ਕਈਆਂ ਦੇ ਕੋਲ, ਭਾਵੇਂ ਗੱਲ ਕਹਿਣ ਨੂੰ ਕੌੜੀ ਹੈ ਪਰ ਜਾਣਦੇ ਸਾਰੇ ਹੀ ਨੇ। ਇਸ ਕਰਕੇ ਖਾਲਸਾ ਜੀ ਲੜ ਫੜਨਾ ਉਹਨਾਂ ਸ਼ਹੀਦਾਂ ਦਾ ਫੜੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਤੇ ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ, ਜਿਨ ਜਿਨ ਤੇ ਕਛ ਭਲੋ ਨਾ ਹੋਏ। ਲੋਕ ਦੁਖੀ ਹੋ ਕੇ ਪੀਰ ਫਕੀਰ ਕੋ ਜਾਂਦਾ ਹੈ, ਜਦੋਂ ਉਹਦੇ ਕੋਲੋਂ ਭਲਾ ਨਹੀਂ ਹੁੰਦਾ, ਉਹਦੇ ਕੋਲੋਂ ਦੁੱਖ ਨਿਵਰਤ ਨਹੀਂ ਹੁੰਦਾ। ਸੇਵਕ ਲੋਕ ਹੋਰਨ ਤੋ ਤੋਏ। ਇਸ ਤਰ੍ਹਾਂ ਫਿਰ ਇਹ ਜਿਹੜੇ ਲੋਕ ਹਨ ਫਿਰ ਹੋਰ ਦੂਸਰਿਆਂ ਦੇ ਕੋਲ ਜਾ ਕੇ ਉਹਨਾਂ ਦੀ ਸੇਵਾ ਕਰਦੇ ਹਨ। ਲੋਕ ਭਟਕ ਭਟਕ ਕੇ ਕਦੀ ਕਿਸੇ ਦੀ ਸੇਵਾ, ਕਦੀ ਕਿਸੇ ਦੀ ਸੇਵਾ ਕਰਦੇ ਨੇ। ਮਹਾਰਾਜ ਨੇ ਤਾਂ ਕਿਹਾ ਸੀ ਦੂਜੀ ਸੇਵਾ ਕਰੋ ਨਾ ਕੋਈ ਜੀ, ਕਿਸੇ ਦੂਸਰੇ ਦੀ ਸੇਵਾ ਨਹੀਂ ਕਰਨੀ। ਸੇਵਾ ਕਰਨੀ ਗੁਰੂ ਕੇ ਸਿੱਖਾਂ ਦੀ, ਮਹਾਂਪੁਰਸ਼ਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੀ ਸੇਵਾ ਕਰੋ। ਤੇ ਅਸੀਂ ਬਾਬੇ ਢਾਬਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਜਿਹੜੀਆਂ ਆਪਣੀਆਂ ਦੁਕਾਨਾਂ ਪਾ ਕੇ ਬੈਠੇ ਹੋਏ ਹਨ। ਇਹੋ ਜਿਹੇ ਲੋਕ ਫਿਰ ਦੁਖੀ ਹੁੰਦੇ ਹਨ। ਇਸ ਤਰ੍ਹਾਂ ਲੋਕ ਜਿਹੜੇ ਦੂਜਿਆਂ ਦੇ ਪਾਸ ਜਾ ਕੇ ਆਪਣਾ ਧਰਮ ਖੋਹ ਲੈਂਦੇ ਨੇ। ਜਿਵੇਂ ਜਿਹੜੇ ਮੁਸਲਮਾਨ ਇਸਲਾਮ, ਉਹਨਾਂ ਦੇ ਵਿੱਚ ਨਜ਼ੂਮੀ ਹੁੰਦੇ ਨੇ। ਹਿੰਦੂ ਮੱਤ ਵਿੱਚ ਪੰਡਤ ਤੇ ਜੋਤਸ਼ੀ ਹੋ ਗਏ ਤੇ ਸਿੱਖਾਂ ਦੇ ਵਿੱਚ ਬਾਬੇ ਹੋ ਗਏ। ਇੱਕੋ ਹੀ ਕੈਟਾਗਰੀ ਤਨਾਂ ਦੀ। ਜੇ ਜੋਤਸ਼ੀ ਸੱਚਾ ਨਹੀਂ, ਨਜ਼ੂਮੀ ਸੱਚਾ ਨਹੀਂ, ਤੇ ਸੱਚਾ ਸਾਡੇ ਵਾਲਾ ਵੀ ਕੋਈ ਨਹੀਂ। ਗੱਲ ਭਾਵੇਂ ਕੌੜੀ ਹੈ, ਫਰਕ ਇੰਨਾ ਕੁ ਹੈ, ਉਹ ਕਹਿੰਦਾ ਜੀ ਤੁਸੀਂ ਜਾ ਕੇ ਦਾਲ ਚੜ੍ਹਾ ਦਿਓ। ਰਹਿਤ ਮਰਿਆਦਾ ਕੀ ਸੀ? ਸਿੱਖਾਂ ਤੇਰੀ ਭਾਵਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ, ਆਪਣੇ ਹੱਥੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ, ਮਰਿਆਦਾ ਨਾਲ ਸਰਬਲੋਹ ਦੇ ਵਿੱਚ 3 ਸ੍ਰੀ ਅਨੰਦ ਸਾਹਿਬ ਦੇ ਸੰਪੂਰਨ ਪਾਠ ਕਰ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਿਆ ਕੇ ਦੇਗ ਰੱਖ ਕੇ ਅਰਦਾਸ ਕਰ, ਗੁਰੂ ਤੇਰਾ ਕਾਰਜ ਕਰੇਗਾ। ਹਾਂ, ਤੇਰੀ ਭਾਵਨਾ ਤੇ ਤੇਰਾ ਭਾਂਡਾ ਬਣਿਆ ਹੋਣਾ ਚਾਹੀਦਾ ਹੈ। ਮਹਾਰਾਜ ਜੀ ਨੇ ਮਰਿਆਦਾ ਬਣਾਈ, ਅਸੀਂ ਬਾਬਿਆਂ ਕੋਲ ਤੁਰ ਪਏ। ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਕੇਵਲ ਪ੍ਰਸ਼ਾਦ ਕਹਿ ਦਿੱਤਾ, ਪ੍ਰਸ਼ਾਦ ਹੈ। ਖਾਲਸਾ ਜੀ, ਇਹ ਪ੍ਰਸ਼ਾਦ ਸੱਚਖੰਡ ਤੋਂ ਆਇਆ ਹੈ। ਇੱਦਾਂ ਨਹੀਂ ਪ੍ਰਸ਼ਾਦ ਬਣਦਾ, 5 ਚੀਜ਼ਾਂ ਨਾਲ ਬਣਦਾ ਹੈ।
ਪੰਜ ਤੱਤ ਨੇ, ਪੰਜ ਬਾਣੀਆਂ ਨੇ, ਪੰਜ ਪ੍ਰਾਣ ਨੇ ਮਨੁੱਖ ਦੇ ਸਰੀਰ ਦੇ ਵਿੱਚ, ਪੰਜ ਹੀ ਕਕਾਰ ਨੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ, ਪੰਜ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਗੁਰੂ ਨੇ ਬਖਸ਼ਿਸ਼ ਕੀਤੀਆਂ, ਪੰਜ ਪਿਆਰੇ ਬਖਸ਼ਿਸ਼ ਕੀਤੇ, ਤੇ ਕੜਾਹ ਪ੍ਰਸ਼ਾਦ ਨੂੰ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇ ਕਹਿੰਦੇ ਉਹ ਪੰਜ ਅੰਮ੍ਰਿਤ ਤੋਂ ਬਣਦੀ ਗੁਰੂ ਨੇ ਮਰਿਆਦਾ ਐਵੇਂ ਨਹੀਂ ਬਣਾਈ। ਤੇ ਅਸੀਂ ਫਿਰ ਦੰਬੀਆਂ ਦੇ ਦੁਆਰਿਆਂ ਤੇ ਜਾ ਕੇ ਭਟਕਦੇ ਫਿਰਦੇ ਹਾਂ। ਇਹ ਅਰਦਾਸ ਤਾਂ ਕਰ ਰਹੇ ਹਾਂ ਬਾਰ-ਬਾਰ, ਮੇਰੀ ਕਿਸੇ ਨਾਲ ਵਿਰੋਧਤਾ ਨਹੀਂ, ਪਰ ਸਿੱਖ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਆਪਣੇ ਗੁਰੂ ਦਾ ਲੜ ਫੜੀਏ, ਦੰਬੀਆਂ ਪਖੰਡੀਆਂ ਦਾ ਲੜ ਨਾ ਫੜੀਏ। ਜਿਹੜੇ ਆਪ ਭਿਖਾਰੀ ਤੁਹਾਡੇ ਕੋਲੋਂ 100-100 ਰੁਪਏ ਦੀ ਆਸ ਰੱਖਦੇ ਨੇ ਵੀ ਚੇਲਾ ਆਇਆ 100 ਰੁਪਇਆ ਮੇਰੀ ਜੇਬ 'ਚ ਪਾ ਕੇ ਜਾਏਗਾ ਇਹ, ਤੇ ਜਿਹੜਾ ਆਪ ਭੁੱਖਾ ਮਰਦਾ ਆ ਤੁਹਾਨੂੰ ਕਿੱਥੋਂ ਰਾਜ ਲੈ ਕੇ ਦੇ ਦੇਗਾ, ਤੁਹਾਨੂੰ ਕਿੱਥੇ ਕੈਨੇਡਾ ਅਮਰੀਕਾ ਦਾ ਵੀਜ਼ਾ ਲੈ ਦੇਗਾ, ਉਹਦਾ ਆਪਣਾ ਤਾਂ ਲੱਗਦਾ ਕੋਈ ਨਹੀਂ। ਵੀ ਜਿਹਦੇ ਆਪਣੇ ਪੱਲੇ ਕੁਝ ਨਹੀਂ ਨਾ, ਉਹ ਇੱਥੇ ਬੈਠਾ ਬੈਠਾ ਤੁਹਾਨੂੰ ਦਿੱਲੀ ਦਾ ਰਾਜ ਦੇਣ ਲਈ ਤਿਆਰ ਬੈਠਾ ਹੋਇਆ ਵੀ ਤੁਸੀਂ ਮੇਰੇ ਕੋਲ ਆ ਜਾਓ, ਤੁਹਾਨੂੰ ਮੈਂ ਦਿੱਲੀ ਦਾ ਰਾਜ ਦੇ ਦੇਣਾ। ਵਾਕਿਆ ਹਾਲਾਤ ਇੱਦਾਂ ਦੇ ਬਣੇ ਹੋਏ ਕਿ ਨਹੀਂ? ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਲੋਕ ਥਾਂ ਥਾਂ ਤੇ ਭਟਕਦੇ ਨੇ, ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਪਤਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਲੋਕਾਂ ਵਿੱਚ ਕਿਹਾ ਆ, ਬੰਦੇ ਦੀ ਹਾਲਤ ਕੁੱਤੇ ਵਰਗੀ ਹੋ ਗਈ ਹੈ, ਕੁੱਤੇ ਵਰਗੀ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਮਹਾਰਾਜ ਦੀ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਹੈ ਇਹ ਸਵਾਨ ਦੀ ਹਾਲਤ ਹੋ ਗਈ, ਕੁੱਤਾ ਇੱਕ ਘਰ 'ਚੋਂ ਉੱਠ ਕੇ ਦੂਜੇ 'ਚ, ਦੂਜੇ 'ਚੋਂ ਤੀਜੇ, ਤੀਜੇ ਤੋਂ ਚੌਥੇ ਘਰ ਦੇ ਵਿੱਚ ਮੂੰਹ ਮਾਰਦਾ ਨਾ ਟੁਕੜੇ ਲੈਣ ਵਾਸਤੇ। ਬੰਦਾ ਵੀ ਪਖੰਡੀਆਂ ਦੰਬੀਆਂ ਦੇ ਘਰ ਦੇ ਵਿੱਚ ਟੁਕੜੇ ਖਾਣ ਲਈ ਮੂੰਹ ਮਾਰਦਾ ਫਿਰਦਾ ਹੈ। ਇਸ ਕਰਕੇ ਇੱਕ ਘਰ ਦੇ ਵਿੱਚ ਬੈਠਾ ਵਫਾਦਾਰ ਮਨੁੱਖ ਰੱਜ ਕੇ ਖਾਂਦਾ ਹੈ, ਦਰ ਦਰ ਤੇ ਭਟਕਣ ਵਾਲਾ ਭੁੱਖਾ ਮਰਦਾ ਹੈ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਆਪਣੋ ਧਰਮ ਮੂੜ ਇਮ ਖੋਵੈ। ਇਹ ਮੂਰਖ ਲੋਕ ਇਸ ਤਰ੍ਹਾਂ ਭਾਈ ਆਪਣਾ ਧਰਮ ਗਵਾ ਲੈਂਦੇ ਹਨ। ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਪੂਰਾ ਸਰੀਰ ਹੁੰਦਾ ਹੈ, ਕੋਈ ਰੱਬੀ ਮਹਾਂਪੁਰਸ਼ ਹੁੰਦਾ ਹੈ। ਜਦੋਂ ਬਾਣੀ ਨੇ ਦਾਅਵਾ ਕਰ ਦਿੱਤਾ ਹੈਨ ਵਿਰਲੇ, ਸੰਸਾਰ ਵਿੱਚ ਵਿਰਲੇ ਨੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ, ਕਰੋੜਾਂ ਵਿੱਚ ਇੱਕ ਅੱਧਾ ਜਿਹਨੂੰ ਰੱਬ ਚੇਤੇ ਹੈ। ਉਹ ਵਿਰਲੇ ਸੂਰਮੇ ਹੁੰਦੇ ਨੇ, ਪੂਰੇ ਸਰੀਰ ਹੁੰਦੇ ਨੇ, ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ, ਧੀਰਜ ਰੱਖਦੇ ਨੇ, ਅਰਦਾਸ ਕਰਦੇ ਨੇ ਕਿ ਸਤਿਗੁਰੂ ਮੇਰਾ ਦੁੱਖ ਕੱਟ ਦੇਗਾ। ਕੋਈ ਵਿਰਲਾ ਹੀ ਸੰਸਾਰ ਵਿੱਚ ਅਜਿਹਾ ਗੁਰੂ ਦਾ ਸਿੱਖ ਹੈ। ਕਹਿੰਦੇ ਦੁੱਖ ਆ ਜਾਏ ਪਰ ਉਹ ਬੇਮੁਖ ਨਹੀਂ ਹੁੰਦਾ ਆਪਣੇ ਗੁਰੂ ਤੋਂ, ਗੁਰੂ ਦੇ ਲਾੜੀ ਲੱਗਿਆ ਰਹਿੰਦਾ ਆ, ਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ, ਕਦੀ ਵੀ ਬੇਮੁਖ ਨਹੀਂ ਹੁੰਦਾ ਗੁਰੂ ਤੋਂ, ਸਦਾ ਗੁਰੂ ਦੇ ਸਨਮੁਖ ਹੋ ਕਰਕੇ ਰਹਿੰਦਾ, ਗੁਰੂ ਦੇ ਬਚਨ ਜਿਹੜੇ ਕਮਾਉਂਦਾ ਹੈ। ਇਸ ਤਰ੍ਹਾਂ ਜਿਵੇਂ ਨਵਾਬ ਦੇ ਨਾਲ ਬੀਤੇਗੀ, ਜਿਵੇਂ ਜੁੱਤੀਆਂ ਪਹਿਣਗੀਆਂ ਜ਼ਕਰੀਆ ਖਾਨ ਨੂੰ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਇਹ ਕਥਾ ਸਰਵਣ ਕਰੋਗੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਯਾਤ, ਅੰਧਕੂਪ ਮਹਾ ਭਿਆਨ ਨਾਨਕ ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।